ਬਾਈ ਹੋਰੀ ਪੰਜਾਬ ਤੋਂ ਨੇ ਤੇ ਭੈਣ ਹੋਰੀ ਹਰਿਆਣੇ ਤੋਂ ਨੇ। ਬਾਈ ਹੋਰੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤੇ ਭੈਣ ਹੋਰੀ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ। ਭੈਣ ਹੋਰਾਂ ਨੂੰ ਸ਼ੁਰੂ ਤੋਂ ਹੀ ਸੇਵਾ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ। ਉਹ ਆਪਣੀ ਸੱਸ ਨੂੰ ਇੱਕ ਪਿੰਗਲਵਾੜੇ ਦੇ ਵਿੱਚ ਮਿਲਦੇ ਆ। ਦੂਸਰੇ ਪਾਸੇ ਇਹ ਗੱਲ ਹੁੰਦੀ ਹੈ ਕਿ ਪੇਕਾ ਪਰਿਵਾਰ ਉਹ ਕੁੜੀ ਦਾ ਇਹ ਕਹਿੰਦਾ ਹੁੰਦਾ ਹੈ ਕਿ ਮੁੰਡੇ ਅਲੱਗ ਧਰਮ ਦੇ ਹੈ, ਸਟੇਟ ਅਲੱਗ ਹੈ ਤੇ ਮੁੰਡਾ ਕਮਾਉਂਦਾ ਵੀ ਕੁਛ ਹੈ ਨਹੀਂ ਤੇ ਮੁੰਡਾ ਸੋਹਣਾ ਵੀ ਹੈ ਨਹੀਂ, ਅਸੀਂ ਕੀ ਦੇਖ ਕੇ ਰਿਸ਼ਤਾ ਕਰਦੀ। ਵਿਆਹ ਜਦੋਂ ਹੋ ਜਾਂਦਾ ਹੈ ਤਾਂ 1.5 ਸਾਲ ਤੱਕ ਭੈਣ ਹੋਰੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਹੀ ਰਹਿੰਦੇ ਹੈ ਤੇ ਕਿਉਂਕਿ ਪੇਕੇ ਪਰਿਵਾਰ ਵਾਲੇ ਇਹਨਾਂ ਨੂੰ ਲੈ ਗਏ ਹੁੰਦੇ ਆ। ਫਿਰ ਇਹਨਾਂ ਦਾ ਮਿਲਾਪ ਕਿਵੇਂ ਹੁੰਦਾ, ਬਾਈ ਹੋਰੀ 1.5 ਸਾਲ ਤੱਕ ਉਹਨਾਂ ਦਾ ਇਹ ਬੈਠੇ ਇੰਤਜ਼ਾਰ ਕਰਦੇ ਹੁੰਦੇ ਆ ਕਿ ਹਲੇ ਵੀ ਮੇਰੀ ਉਹ ਜ਼ਿੰਦਗੀ ਦੇ ਵਿੱਚ ਨੇ ਤੇ ਮੈਂ ਉਹਨਾਂ ਨਾਲ ਰਿਸ਼ਤਾ ਜੇ ਜੋੜਿਆ ਤਾਂ ਨਿਭਾ ਕੇ ਵੀ ਦਿਖਾਊਂਗਾ। ਤੇ ਇੱਕ ਗੱਲ ਦਾ ਪਛਤਾਵਾ ਬਾਈ ਹੋਰੀ ਇਹ ਵੀ ਦੱਸਦੇ ਆ ਕਿ ਸਾਡੀ ਕੋਰਟ ਮੈਰਿਜ ਹੁੰਦੀ ਆ। ਇਹ ਗੱਲ ਦਾ ਪਛਤਾਵਾ ਸਾਨੂੰ ਅੱਜ ਵੀ ਆ ਕਿ ਜਿਹੜੇ ਨੌਜਵਾਨ ਇਹ ਗਲਤੀਆਂ ਕਰਦੇ ਆ ਉਹ ਇਹ ਸਾਡੀ ਇੰਟਰਵਿਊ ਤੋਂ ਸਿੱਖਿਆ ਜ਼ਰੂਰ ਲੈ ਲੈਣ ਕਿ ਬਾਅਦ ਚੋਂ ਕੀ ਨੌਬਤਾਂ ਆਉਂਦੀਆਂ ਨੇ, ਕੀ ਭੁਗਤਣਾ ਪੈਂਦਾ। ਮੰਮੀ ਮੇਰੇ ਬਿਮਾਰ ਸੀਗੇ ਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਇੱਦਾਂ ਪਿੰਗਲਵਾੜੇ ਇਹਦਾ ਕੋਈ ਇਲਾਜ ਹੁੰਦਾ। ਮਤਲਬ ਇਹ ਉੱਥੇ ਪਹਿਲਾਂ ਹੀ ਮਤਲਬ ਸੇਵਾ ਕਰਦੇ ਸੀਗੇ ਨਾ। ਉਸ ਵੇਲੇ ਹੀ ਫਿਰ ਮੇਰੀ ਛੋਟੀ ਸਿਸਟਰ ਦੀ ਮੈਰਿਜ ਸੀਗੀ ਜਿਹੜੀ ਮੇਰੇ ਤੋਂ ਛੋਟੀ ਆ ਤੇ ਉਸ ਵੇਲੇ ਫਿਰ ਬੈਂਗਲ ਸੈਰੇਮਨੀ ਤੇ ਇਹਨੂੰ ਮੰਮੀ ਲੈ ਕੇ ਆ ਗਏ, ਜ਼ਬਰਦਸਤੀ ਲੈ ਆਏ ਕਿ ਨਹੀਂ ਤੂੰ ਨਾਲ ਚੱਲ। ਅੱਛਾ ਹਾਂ, ਉਸ ਵੇਲੇ ਤੇ ਪਹਿਲੀ ਵਾਰੀ ਆਪਾਂ ਮਿਲੇ। मैं हरियाणा हिसार से। ਉਹ ਮੈਂ ਫਿਰ ਲੇਟ ਹੋ ਗਿਆ ਜਦੋਂ ਫੰਕਸ਼ਨ ਖਤਮ ਹੋ ਗਿਆ ਤੇ ਇੱਥੋਂ ਕਾਫੀ ਦੂਰ ਸੀਗਾ, ਮੈਂ ਛੱਡਣ ਜਾਣਾ ਸੀ। ਮੈਨੂੰ ਮੰਮੀ ਨੇ ਕਿਹਾ ਤੂੰ ਛੱਡ ਆ ਤੇ ਪਹੁੰਚੇ ਪਿੰਗਲਵਾੜੇ, ਛੱਡ ਆਇਆ ਮੈਂ ਤੇ ਛੱਡ ਕੇ ਤੇ ਇਹਨੂੰ ਪਤਾ ਸੀ ਕਿ ਮੈਂ ਥੋੜਾ ਬਿਮਾਰ ਹੈ ਤੇ ਮੇਰੇ ਕੋਲ ਨੰਬਰ ਲੈ ਲਿਆ ਕਿ ਚਲੋ ਤੁਸੀਂ ਠੀਕ ਠਾਕ ਪਹੁੰਚ ਗਏ, ਮੈਂ ਪੁੱਛ ਲੂੰਗੀ। ਤੇ ਇਦਾਂ 10 ਵਜੇ ਮੈਨੂੰ ਫਿਰ ਫੋਨ ਆਇਆ ਕਿ ਤੁਸੀਂ ਪਹੁੰਚ ਗਏ ਹੋ, ਠੀਕ ਹੋ? ਮੈਂ ਕਿਹਾ ਜੀ ਹਾਂਜੀ ਪਹੁੰਚ ਗਿਆ ਜੀ, ਮੈਂ ਠੀਕ ਆ। ਮਤਲਬ ਤੁਸੀਂ ਵਿਆਹ ਤੇ ਕਰਾਉਣਾ ਵਾ ਤੇ ਮੈਂ ਵੀ ਕਰਾਉਣਾ ਵਾ ਤੇ ਇਦਾਂ ਆਪਾਂ ਕਿਉਂ ਨਾ ਇਕੱਠੇ ਕਰਾ ਲਈਏ। ਇਹ ਨਾਰਮਲੀ ਗੱਲ ਹੈਗੀ ਤੇ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ। ਨਹੀਂ ਬਾਈਕ ਦੇ ਮਗਰ ਆਮਣੇ ਸਾਹਮਣੇ ਬੈਠ ਕੇ ਤੇ ਮੈਂ ਵੀ ਨਹੀਂ ਕਹਿ ਸਕਦਾ। नहीं मैंने ना कर। ਹਾਂ ਉਸ ਵੇਲੇ ਤੇ ਕਹਿ ਦਿੱਤਾ ਹੈ ਕਿ ਤੇ ਨਹੀਂ ਮੇਰੇ ਘਰਦਿਆਂ ਨੇ ਦੇਖਿਆ। ਜੇ ਮੈਂ ਕਿਹਾ ਅਗਰ ਨਾ ਦੇਖਿਆ ਹੁੰਦਾ ਤੇ ਫਿਰ ਤੇ ਨਹੀਂ ਕੋਈ ਇਤਰਾਜ਼ ਸੀ। ਕਹਿੰਦੇ ਫਿਰ ਨਹੀਂ ਕੋਈ ਇਤਰਾਜ਼ ਸੀ। फिर कोई फंक्शन था, मैं घर जाती हूँ हरियाणा तो वहाँ पे लड़का देखने के लिए आता मुझे। अच्छा। जैसे एकदम से पता लगता है 8 बजे का टाइम था रात को कि लड़का आ रहा, आधा घंटे पहले ही। तो मुझे पता नहीं था, मैं सोचूं कि मैंने तो उधर शादी करानी है, क्या करूँ अब। फिर मैंने परमात्मा पे छोड़ दिया, अगर यहाँ हाँ होगी तो मैंने छोड़ देना इनको, मैंने पक्का सोच लिया था। तो फिर उस लड़के ने मुझसे पूछा कि क्या करोगे आगे, मतलब कि शादी के बाद। तो मैंने कहा कि मैं सेवा करना चाहती हूँ। तो वो कहते थे वो तो घर गृहस्थी में रह के पॉसिबल नहीं है। फिर मैंने उनको ये भी कहा कि ज़रूरी नहीं है कि हमें बाहर ही जाना पड़े सेवा करने के लिए, हम घर में भी रह के कर सकते हैं। फिर उन्होंने कहा मैं सोच के बताऊँगा। फिर 2 दिन बाद उनका जवाब आया कि नहीं। तो इनको मैंने किसी से को बताया पिंगलवाड़े में कि मुझे कोई देखने आया, तो उन्होंने इनको बता दिया। फिर जब मैं वापस अमृतसर आई 2-3 दिन के लिए, फिर कॉलेज किसी काम से गई थी तो मैंने सोचा मिल लूँ एक बार, फिर पता नहीं कब मिलना होगा। जब फिर मैं इनसे मिलने आई तो ये मुझे बोलते कि हमने आज ही शादी करनी है। तो मैंने कहा नहीं ये तो पॉसिबल नहीं है। मुझे पहले से ही पता था कि जैसे मेरे घर वालों ने नहीं मानना इनके लिए, क्योंकि हमारे धर्म बिल्कुल अलग, भाषा भी अलग है। उधर हरियाणवी बोलते हैं, यहाँ पंजाबी। और पंजाबी तो मैंने कोई सरदार कभी अपनी लाइफ में देखा ही नहीं। पर पापा मेरे लव मैरिज के ख़िलाफ़ तो नहीं थे, पर एक्चुअल में उनसे बात ही नहीं कभी कर पाई, कभी बता ही नहीं पाई ना मम्मी को खुल के, कभी बता ही नहीं पाई। अगर मैं बताती तो वो बाद में भी बोलते रहे कि अगर तुम बताती तो मैं मान ही जाती से। ਇੱਦਾਂ ਮੈਨੂੰ ਐਂ ਲੱਗਿਆ ਜਿਵੇਂ ਆਖਰੀ ਵਾਰੀ ਮੁਲਾਕਾਤ ਹੋ ਰਹੀ ਤੇ ਮੈਂ ਉਹ ਪਹਿਲੇ ਪ੍ਰਿਪੇਅਰ ਹੋ ਕੇ ਬੈਠਾ ਸੀਗਾ ਕਿ ਜੇ ਇਦਾਂ ਦਾ ਕੋਈ ਸੀਨ ਹੋਇਆ ਜਦੋਂ ਵੀ ਆਪਾਂ ਦੋਨੇ ਮਿਲੇ ਤੇ ਵਾਪਸ ਨਹੀਂ ਜਾਣਾ, ਕਿਉਂਕਿ ਮੈਨੂੰ ਪਤਾ ਸੀ ਜੇ ਵਾਪਸ ਗਈ ਤੇ ਫਿਰ ਨਹੀਂ ਮਿਲਣਾ ਆਪਾਂ। ਫਿਰ ਜਿਸ ਵੇਲੇ ਮਤਲਬ ਆਪਣੀ ਇੱਥੇ ਮੁਲਾਕਾਤ ਹੋਈ ਤੇ ਉਸ ਵੇਲੇ ਹੀ ਮੈਂ ਇਹਨਾਂ ਨੂੰ ਕਹਿਤਾ ਕੰਡੀਸ਼ਨ ਦੇ ਕੇ ਕਿ ਅੱਜ ਸਾਡੀ ਜਿਹੜੀ ਆ ਉਹ ਵਿਆਹ ਵਾ, ਅੱਜ ਆਪਾਂ ਵਿਆਹ ਕਰਾਉਣਾ। ਤੇ ਇਹ ਐਟ ਏ ਟਾਈਮ ਤੇ ਨਾ ਕਰਤੀ ਕਿ ਨਹੀਂ ਇਹ ਤੇ ਇੱਕੋ ਦਮ ਮੈਂ ਕਿੱਦਾਂ ਵਾ ਜਾਂ ਇੱਦਾਂ। ਮੈਂ ਫਿਰ ਸਮਝਾਇਆ ਕਿ ਅੱਗੇ ਵਾਹਵਾ ਚਿਰ ਆਪਾਂ ਟਾਈਮ ਵੇਸਟ ਕਰ ਲਿਆ, ਜੇ ਹੁਣ ਵੀ ਇਹ ਮੌਕਾ ਛੱਡਤਾ ਤੇ ਦੁਬਾਰਾ ਆਪਾਂ ਦੋਨਾਂ ਨੇ ਪਛਤਾਉਣਾ। ਕੋਰਟ ਮੈਰਿਜ ਹੋ ਗਈ, ਫਿਰ ਉਸ ਤੋਂ ਬਾਅਦ ਸਾਰੀ ਦਿੱਕਤ ਸ਼ੁਰੂ ਹੁੰਦੀ ਹੈ ਕਿ ਕੋਰਟ ਮੈਰਿਜ ਦੇ ਵਿੱਚ ਉਹਨਾਂ ਨੇ ਇੱਕ ਲੈਟਰ ਭੇਜਣਾ ਹੁੰਦਾ ਜਿਹੜਾ ਮਤਲਬ ਵਕੀਲ ਵੱਲੋਂ ਕਿ ਜਿਹੜਾ ਮਾਪਿਆਂ ਨੂੰ ਸੰਦੇਸ਼ ਦੇ ਦੇਵੇ ਕਿ ਕੁੜੀ ਨੇ ਵਿਆਹ ਹੋ ਗਿਆ। ਉਹ ਮੇਰੇ ਕੋਲ ਗਲਤੀ ਇਹ ਹੋਈ ਕਿ ਉਸ ਵੇਲੇ ਆਪਾਂ ਇਹਨਾਂ ਨੇ ਮਨਾ ਕੀਤਾ ਕਿ ਨਹੀਂ ਉਹ ਲੈਟਰ नहीं देनी, दसना नहीं उन्होंने, एड्रेस गलत लगा देता। क्योंकि मेरा जब मैं रोती रहती थी 24 घंटे की, अब मैंने करा तो लिया है
फिर उनका ख्याल आता था ਘਰਦਿਆਂ ਨੂੰ ਪਤਾ मिनट मिनट में ਘਰਦਿਆਂ ਨੂੰ ਨਹੀਂ, ਘਰਦਿਆਂ ਨੂੰ ਹੈਗਾ ਸੀ ਕਿ ਕੁੜੀ ਘਰੋਂ ਚਲੇਗੀ ਵਾਪਸ ਕਿਉਂ नहीं आई। ये नहीं था हमें कि शादी करा के बड़े खुश हैं, हमें फिक्र उधर ही थी। फिक्र सीगी पर ये था कि हम बताएं कैसे, ये नहीं समझ आ रहा था। मैं इन्हें ये कह रहे थे बता देता हूँ, मैं इन्हें बता जो टाइम टੱਪਦਾ ਰਿਹਾ ਉਹ ਪਰੇਸ਼ਾਨੀ ਵੱਧਦੀ ਗਈ, ਮਤਲਬ ਝੂਠ ਨੂੰ ਲੁਕਾਉਣ ਨਹੀਂ ਗਿਆ, ਨਹੀਂ ਲੱਗਿਆ ਕਿ ਵਿਆਹ ਹੋ ਗਿਆ ਨਾ। ਉਹ ਇੱਕ ਲੈਟਰ ਸਾਨੂੰ ਦੇਣਾ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਦੇ ਕੇ ਆਓ ਕਮਿਸ਼ਨਰ ਨੂੰ, ਇੱਕ ਲੈਟਰ ਉਹਨਾਂ ਨੇ ਪੋਸਟ ਕਰਨਾ ਹੁੰਦਾ, ਉਹ ਇਹਨਾਂ ਨੇ ਗਲਤ ਐਡਰੈਸ ਦੇ ਦਿੱਤਾ। ਫਿਰ ਇੱਕ ਲੈਟਰ ਜਿਹੜਾ ਆਪਾਂ ਦੇਣਾ ਸੀਗਾ 19 ਚ ਨੂੰ, ਆਪਾਂ ਇੱਥੇ ਜਦੋਂ ਆ ਗਏ 19 ਚ ਹਲੇ ਜਦੋਂ ਹਰਿਆਣੇ ਚ ਹੀ ਸੀਗੇ ਨਾ, ਉਹ ਮੈਨੂੰ ਫੋਨ ਕਰਦੇ ਸੀ ਕਿ ਤੇਰੇ ਨਾਲ ਮਤਲਬ ਸੀਗੀ ਗੱਲਬਾਤ ਤੇ ਤੈਨੂੰ ਕੋ ਤੇ ਨਹੀਂ ਆਈ, ਤੇਰੇ ਕੋਲ ਕੰਟੈਕਟ ਤੇ ਨਹੀਂ ਆਇਆ। ਮੈਂ ਉਹਨਾਂ ਨੂੰ ਨਾ ਕਰੀ ਜਾਵਾਂ। 5-7 ਦਿਨ ਬੀਤ ਗਏ ਨਾ, ਫੋਨ ਤੇ ਕਰਵਾਤੇ ਹੀ 2-3 ਵਾਰੀ, ਉਹਨਾਂ ਨੂੰ ਪਤਾ ਤੇ ਲੱਗ ਗਿਆ ਕਿ ਠੀਕ ਹੈ ਜਿੱਥੇ ਵੀ ਹੈਗੀ, ਪਰ ਦੱਸੇ ਤੇ ਸਹੀ ਕਿੱਥੇ ਹੈਗੀ ਹੈ। उनको ये था कि हमें मिलना है। फोन मैंने कर दिया था कि मैं ठीक हूँ जहाँ भी हूँ, ये नहीं बताया था कि शादी कर ली। ਲੈਟਰ ਦੇਣਗੇ ਉਹ ਇੰਨੇ ਦੇ ਵਿੱਚ ਹੀ ਰਾਤ ਨੂੰ ਫੋਨ ਆ ਗਿਆ ਸੀ ਸਿਸਟਰ ਇਨੀ ਦਾ, ਛੋਟੀ ਦਾ, ਕਿ ਤੁਸੀਂ ਇੱਕ ਵਾਰੀ ਮਿਲ ਲਓ। ਇਹਨਾਂ ਦੱਸਤਾ ਕਿ ਠੀਕ ਹੈ ਮੈਂ ਵਿਆਹ ਕਰਾ ਲਿਆ ਵਾ। ਇਹ ਕਹਿੰਦੀ ਕਿ ਆਪਾਂ ਜਾਣ ਤੋਂ ਪਹਿਲੇ ਨਾ, ਉਹ ਲੈਟਰ ਦੇਣ ਤੋਂ ਪਹਿਲੇ ਮਿਲਦੇ ਜਾਈਏ। ਕਮਿਸ਼ਨਰ ਨੂੰ ਲੈਟਰ ਦੇਣ ਗਏ ਹੀ, ਸਾਰੇ ਡਾਕੂਮੈਂਟ ਮੇਰੇ ਕੋਲ ਸੀਗੇ ਉਸ ਵੇਲੇ। मैं इनसे मिलने भी जाती हूँ तो चूड़ा मैं उतार देती हूँ, इनको उतार के पकड़ा जाती हूँ और मैं उनसे मिलने चली जाती हूँ। उनको तो पता नहीं होता, वो कहते चलो घर। अब मेरी उस टाइम इतने जोगी नहीं होती थी मैं कि ना कर दूँ कि मैंने नहीं जाना, मतलब कि हिम्मत ही नहीं होती थी, क्योंकि शुरू से ही स्वभाव ही ऐसा था मेरा कि नहीं मैं कर सकती। तो ये पीछे थे, देख रहे थे मुझे, मैं फिर भी उनके साथ बैठ के चली गई। इनको गुस्सा तो बड़ा था कि चली गई, मैं मना कर रहा हूँ, और इनको मैंने मना किया था कि उसके सामने ना आना, भाई के सामने। क्योंकि ਉੱਥੇ ਜਾ ਕੇ ਕੀ ਹੋਇਆ, ਸਾਰੇ ਪਰਿਵਾਰ 'ਚ ਗੱਲ ਉੱਡੀ ਕਿ ਤੁਸੀਂ ਵਿਆਹ ਕਰਾ ਲਿਆ? नहीं तब नहीं पता लगा कि शादी करा ली है। उसके थोड़े देर बाद मैंने जैसे बताया अगले दिन कि मैंने शादी करा ली है, घर पे जैसे मामी को बताया, फिर उन्होंने सबको बताया। ਜਦੋਂ ਇਹ ਉਧਰ ਚਲੇ ਗਏ, ਫਿਰ ਉਧਰੋਂ ਮੈਨੂੰ ਪਤਾ ਸੀ ਕਿ ਪ੍ਰੈਸ਼ਰ ਬਹੁਤ ਪੈ ਰਿਹਾ। ਇੱਕ ਵਾਰੀ ਬਸ ਫੋਨ ਆਇਆ ਮੈਨੂੰ, ਉਸ ਤੋਂ ਬਾਅਦ ਨਹੀਂ ਫੋਨ ਆਇਆ ਮੈਨੂੰ कि ठीक है मैं आ जाऊंगी जी वापस। जब वो बोलते थे कि देखो उसके पास ये भी नहीं है, वो भी नहीं, हम भेज भी दें, शादी तो हमने करनी ही है, भी हम भेज भी देते, कुछ तो हमें दिखाई दे कोई पॉजिटिव चीज़, कि ऐसे लगने लगता है कि ये भी ठीक कह रहे हैं। नहीं फिर नहीं भेजते। फिर ऐसे ही आपस में झगड़े, इनकी फैमिली के हमारी फैमिली के फ़ोन पे, यहाँ केस, हरियाणा केस, चंडीगढ़ केस, ये बस ऐसे ही 1.5 साल ऐसे ही निकल गया। और इनको भी बोलने वाले बड़े थे कि लड़की छोड़ के चली गई, अभी छोड़ के चली गई तो अभी क्यों पीछे पीछे घूम रहे हो, बाद में छोड़ देगी। ਅੱਛਾ ਤੁਸੀਂ ਵਿਆਹ ਕਰਾ ਲੈਂਦੇ ਹੋ जी ਵਿਆਹ ਇੱਕ ਹਫ਼ਤਾ ਤੱਕ ਇਕੱਠੇ ਰਹਿੰਦੇ ਹੋ, हाँ जी। ਇਕੱਠਾ ਹੋਣ ਤੋਂ ਬਾਅਦ 1.5 ਸਾਲ ਤੱਕ ਮਿਲਦੀ ਹੈ ਨਹੀਂ ਇੱਕ ਦੂਜੇ नहीं ना कोई बात भी नहीं, एकदम अटैचमेंट, बिल्कुल एकदम लिंक टूट क्योंकि मैं हरियाणा चली जाती हूँ ना यहाँ से। ਉਹ ਤੁਹਾਨੂੰ ਭੇਜਦੇ ਹਣੀ ਇੱਥੇ? नहीं वो ਬਾਈ ਕਿਵੇਂ ਲੱਗਦਾ ਕਿ ਵਿਆਹ ਵੀ ਹੋਇਆ ਵਿਆਹ ਨਾ ਹੋਇਆ ਵਰਗਾ ਹੋ ਗਿਆ? ਸਵੇਰੇ ਉੱਠਾਂ ਤੇ ਚੇਤਾ ਆਵੇ, ਰਾਤੀ ਸੋਵਾਂ ਫਿਰ ਉਹ ਦਿਮਾਗ 'ਚ ਘੁੰਮੀ ਜਾਵੇ ਕਿ ਕੀ ਕਰੀਏ ਕਿੱਦਾਂ। ਮੇਰੇ ਨਾਲ ਜਿਹੜੇ ਰਹਿਣ ਵਾਲੇ ਜਾਂ ਯਾਰ ਮਿੱਤਰੋ ਮੇਰੀ ਟੈਨਸ਼ਨ ਦੇ ਕੇ ਕਹਿੰਦੇ ਸੀ ਯਾਰ 36 ਕੁੜੀਆਂ ਆ ਜਾਂਦੀਆਂ ਵਾ ਤੇ ਬੜੀਆਂ ਸਿਆਣੀਆਂ ਸੋਹਣੀਆਂ ਬੜਾ ਕੁਛ ਆ ਤੈਨੂੰ ਤੇ ਤੇਰੇ ਮਤਲਬ ਕੀ ਨਹੀਂ ਹੈਗਾ ਤੇ ਐਡੀ ਕਿਹੜੀ ਗੱਲ ਆ। ਪਰ ਦਿਮਾਗ 'ਚ ਨਾ ਜਿਵੇਂ ਕੋਈ ਫਿੱਟ ਹੀ ਹੋਇਆ ਹੁੰਦਾ ਹੈ ਕਿ ਹੋਰ ਕੋਈ ਫੋਟੋ ਨਹੀਂ ਫਿੱਟ ਹੁੰਦੀ ਸੀ। ਇੱਕ ਸਮਾਨ ਪਿਆ ਸੀ ਮੇਰੇ ਕੋਲ, ਜਿਵੇਂ ਇਹਨਾਂ ਦੇ ਕੋਈ ਕੱਪੜੇ, ਕੋਈ ਕੰਘੀ ਜਾਂ ਕੋਈ ਵੀ ਚੀਜ਼, ਉਹਨੂੰ ਦੇਖਣਾ ਨਾ ਜਦੋਂ ਤੇ ਆਪਣੇ ਆਪ ਹੀ ਮੈਂ रोने लगते थे। ਕੋਈ ਵੀ ਸਮਾਨ ਦੇਖ ਕੇ ਨਾ ਇਹਦਾ ਤੇ ਮੈਨੂੰ ਉਹ ਚੇਤਾ ਆ ਜਾਣਾ ਤੇ ਮੈਨੂੰ ਰੋਣਾ ਆਉਣ ਲੱਗ ਪੈਣਾ। ਸਾਲ ਡੇਢ ਸਾਲ ਦੇ ਕਰੀਬ ਜਦੋਂ ਹੋ ਗਿਆ ਨਾ, ਫਿਰ ਉਹ ਕਹਿੰਦੇ ਛੱਡ ਦੇ ਯਾਰ। ਫਿਰ ਮੈਂ ਉਹਨੂੰ ਸੱਦ ਲਿਆ ਕਿ ਆ ਜਾਓ ਯਾਰ, ਛੱਡ ਦੇਣਾ ਵਾ ਕਿ ਇੱਕ ਵਾਰੀ ਦੇਖ ਤੇ ਲਵਾਂ। ਐਸੇ ਤੇ ਕਰਕੇ ਕਿਤੇ ਵਿਆਹ ਹੀ ਤੇ ਨਹੀਂ ਕਰਤਾ, ਮੇਰੇ ਦਿਮਾਗ 'ਚ ਇਹੀ ਸੀਗਾ ਕਿਤੇ ਵਿਆਹ ਕਰਕੇ ਹੋਰ ਹੀ ਬੰਨੇ ਤੇ ਨਹੀਂ ਤੋਰਤਾ। ਆਪਾਂ ਹਸਪੀਟਲਾਈਜ਼ ਹੋ ਗਏ ਜ਼ਿਆਦਾ ਟੈਨਸ਼ਨ ਦੇ ਨਾਲ, ਕੁਝ ਖਾ ਵੀ ਲਿਆ। ਫਿਰ ਉਹਦੇ ਚੱਕਰ ਦੇ ਵਿੱਚ ਜਦੋਂ ਹੋਇਆ ਨਾ ਬਿਮਾਰ, ਫਿਰ ਮੇਰੇ ਨਾਲ ਫੋਨ ਤੇ ਕੰਟੈਕਟ ਹੋਇਆ ਨਾ, ਉਸ ਵੇਲੇ ਫਿਰ ਮੈਂ ਆਖਿਆ ਕਿ ਭਾਵੇਂ 20 ਸਾਲ ਲੱਗ ਜਾਣ, ਭਾਵੇਂ 30 ਸਾਲ ਲੱਗ ਜਾਣ, ਭਾਵੇਂ ਤੈਨੂੰ ਕਿਤੇ ਵਿਆਹ ਵੀ ਦੇ ਦੇਣ, ਮੈਂ ਡੀਕਦਾ ਰਹਿਣਾ ਤੇ ਮੈਂ ਕੋਸ਼ਿਸ਼ ਨਹੀਂ ਛੱਡਣੀ, ਨਾ ਮੈਂ ਤਲਾਕ ਦੇਣਾ, ਭਾਵੇਂ ਉਦਾਂ ਭਾਵੇਂ ਜੋ ਮਰਜ਼ੀ ਕਰ। सुन के तो मैं और भी डर गई, क्योंकि ਮੈਂ ਕਿਹਾ ਮੈਂ ਪਿੱਛਾ ਨਹੀਂ ਛੱਡਣਾ ਤੇ ਨਾ ਮੈਂ ਮਤਲਬ ਹਟਣਾ ਪਿੱਛੇ। ਉਹ ਜਿਵੇਂ ਵੀਰ ਜ਼ਾਰਾ ਦੇ ਵਿੱਚ ਨਹੀਂ 20 ਸਾਲ ਬਾਅਦ ਮਿਲਦੇ, ਉਹੀ ਸਿਸਟਮ ਮੈਂ ਦਿਮਾਗ 'ਚ ਬਿਠਾਤਾ ਆਪਣੇ ਵੀ ਇੱਧਰ ਵੀ ਕਿ ਇਹ ਖਹਿੜਾ ਨਹੀਂ ਛੁੱਟਣਾ ਹੁਣ। ਤੇ ਤੁਹਾਡਾ ਜੀ ਨਹੀਂ ਕਰਦਾ ਆਉਣ ਨੂੰ? ਇਹਦੇ ਜੀ ਤੇ ਬਹੁਤ ਕਰਦਾ, ਯਾਦ ਨਹੀਂ ਆਉਂਦੀ? ਇਹ ਯਾਦ ਤੇ ਬਹੁਤ ਆਉਂਦੀ। ਰਾਤ ਨੂੰ 2 ਵਜੇ ਫੋਨ ਕੀਤਾ ਸੀ ਲੁੱਕ ਕੇ ਕਿਤੋਂ ਇਹਨਾਂ ਨੇ ਫੋਨ, ਮਤਲਬ ਆਪਣੀ ਮਾਮੀ ਦਾ ਲੈ ਕੇ, ਤੇ ਉਦੋਂ ਫਿਰ ਸਾਡੀ 2-3 ਘੰਟੇ ਜਿਹੜੀ ਗੱਲਬਾਤ ਹੋਈ ਉਹੀ ਹੋਈ। ਮੈਂ ਕਿਹਾ ਬਸ ਲਾਸਟ ਵਾਰੀ ਜੇ ਐਰਕੀ ਵੀ ਨਾ ਕਰਤੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਪਿੱਛੇ ਹਟ ਜਾਊਂਗਾ, ਮੈਂ ਮਤਲਬ ਨਾ ਭੁੱਲਣ ਦੇਣਾ ਵਾ ਤੇ ਨਾ ਮੈਂ ਭੁੱਲਣਾ ਵਾ।
ये कहते थे कहते कहीं और भी शादी कर देंगे फिर भी मैं नहीं ले जाना। ਮੈਂ ਹੀ ਲੈ ਕੇ ਆਉਂਗਾ ਬਾਈ ਚਾਂਸ ਹੀ ਉਸੇ ਜੱਜ ਕੋ ਸਾਡਾ ਕੇਸ ਗਿਆ ਜਿਹਨੇ ਵਿਆਹ ਕਰਾਇਆ ਸੀ। ਇਹਨਾਂ ਨੂੰ ਪੁੱਛਿਆ ਵੀ ਕਿ ਤੂੰ ਜਾਣਾ ਚਾਹਨੀ, ਕਹਿੰਦੀਆਂ ਜਾਣਾ ਤੇ ਚਾਹਨੀ ਪਰ ਮੇਰੇ ਘਰ ਦੀ ਸਿਚੁਏਸ਼ਨ ਹੈ। ਕਹਿੰਦੇ ਕੋਈ ਗੱਲ ਨਹੀਂ, ਸਭ ਕੁਝ ਠੀਕ ਹੋ ਜਾਂਦਾ ਹੁੰਦਾ। ਫਿਰ ਹਾਂ ਕੀਤੀ, ਆਪਾਂ ਪੂਰੀ ਪ੍ਰੋਟੈਕਸ਼ਨ ਦੇ ਨਾਲ ਛੱਡ ਕੇ ਗਏ। ਲੇਕਿਨ ਕਿੰਨੀ ਚਿਰ ਤੇ ਸਾਨੂੰ ਰਾਤ ਨੂੰ ਨਾ ਜਿਵੇਂ ਸੁੱਤੇ ਪਏ ਇੱਕਦਮ ਉੱਠਣਾ, ਇੱਕਦਮ ਮੈਂ ਜਾਗ ਕੇ ਕਿ ਯਾਰ ਇਹਨੂੰ ਲੱਗਣਾ ਕਿ ਉੱਥੇ, ਤੇ ਮੈਨੂੰ ਲੱਗਣਾ ਮੈਂ ਸ਼ਾਇਦ ਹਲੇ ਆਈ ਨਹੀਂ ਹੈ। ਆਪਾਂ ਉੱਠ ਕੇ ਤੇ ਫਿਰ ਗਲੇ ਲੱਗ ਕੇ ਰੋਣ ਲੱਗ ਪੈਣਾ ਯਾਰ ਕਿ ਘਰਦਿਆਂ ਦਾ ਥੋੜਾ ਗੁੱਸਾ ਤੇ ਹੈ ਪਰ ਉਹਨਾਂ ਨੂੰ ਇੰਨਾ ਹੈ ਕਿ ਯਾਰ ਬਹੁਤ ਖੁਸ਼ ਹੈ ਯਾਰ, ਬਹੁਤ ਆ। ਫਿਰ ਆਪਾਂ ਜਦੋਂ ਵਿਆਹ ਕੇ ਆ ਜਾਂਦੀ ਇੱਥੇ ਫਿਰ ਆਪਣਾ ਮਿਹਨਤ ਕਰਦੇ ਆ ਇਕੱਠੇ, ਜਿਹੜਾ ਕੁਛ ਵੀ ਨਹੀਂ ਹੁੰਦਾ ਹੁਣ ਬਥੇਰਾ ਕੁਛ ਬਣ ਜਾਂਦਾ। ਫਿਰ ਸਾਡਾ ਬੇਟੀ ਦਾ ਜਨਮ ਹੁੰਦਾ, ਹੋਰ ਬੜਾ ਕੁਛ ਬਣ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੰਟ ਪੰਜਾਬੀ। ਅੱਜ ਇੱਕ ਬਹੁਤ ਵੱਖਰੀ ਕਹਾਣੀ ਦਿਖਾਉਣ ਲੱਗੇ ਹਾਂ। ਬਾਈ ਹੋਰੀ ਪੰਜਾਬ ਤੋਂ ਨੇ ਤੇ ਭੈਣ ਹੋਰੀ ਹਰਿਆਣੇ ਤੋਂ ਨੇ। ਬਾਈ ਹੋਰੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤੇ ਭੈਣ ਹੋਰੀ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ। ਭੈਣ ਹੋਰਾਂ ਨੂੰ ਸ਼ੁਰੂ ਤੋਂ ਹੀ ਸੇਵਾ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ। ਉਹ ਆਪਣੀ ਸੱਸ ਨੂੰ ਇੱਕ ਪਿੰਗਲਵਾੜੇ ਦੇ ਵਿੱਚ ਮਿਲਦੇ ਆ ਤੇ ਫਿਰ ਉਹ ਉਹਨਾਂ ਦਾ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਘਰੇ ਆਉਣਾ ਜਾਣਾ ਹੁੰਦਾ ਤਾਂ ਕੁੜੀ ਚੰਗੀ ਲੱਗਦੀ ਹੈ। ਤਾਂ ਦੂਸਰੇ ਪਾਸੇ ਇਹ ਗੱਲ ਹੁੰਦੀ ਹੈ ਕਿ ਪੇਕਾ ਪਰਿਵਾਰ ਉਹ ਕੁੜੀ ਦਾ ਇਹ ਕਹਿੰਦਾ ਹੁੰਦਾ ਹੈ ਕਿ ਮੁੰਡੇ ਅਲੱਗ ਧਰਮ ਦੇ ਹੈ, ਸਟੇਟ ਅਲੱਗ ਹੈ ਤੇ ਮੁੰਡਾ ਕਮਾਉਂਦਾ ਵੀ ਕੁਛ ਹੈ ਨਹੀਂ ਤੇ ਮੁੰਡਾ ਸੋਹਣਾ ਵੀ ਹੈ ਨਹੀਂ, ਅਸੀਂ ਕੀ ਦੇਖ ਕੇ ਰਿਸ਼ਤਾ ਕਰ ਦਈਏ। ਤੇ ਫਿਰ ਕਿਸ ਤਰੀਕੇ ਨਾਲ ਇਹ ਲਵ ਮੈਰਿਜ ਹੁੰਦੀ ਆ ਤੇ ਇਹ ਗੱਲਾਂ ਵੀ ਉਦੋਂ ਹੁੰਦੀਆਂ ਨੇ ਕਿ ਮੁੰਡਾ ਨੰਗ ਮਲੰਗਾ ਤੇ ਤੂੰ ਉੱਥੇ ਝਾੜੂ ਪੋਚੇ ਲੋਕਾਂ ਦੇ ਘਰੇ ਲਾਇਆ ਕਰਨਾ, ਤੇਰੀ ਜ਼ਿੰਦਗੀ ਦਾ ਕੁਛ ਨਹੀਂ ਬਣਨਾ। ਤੇ ਅੱਜ ਇਹ ਗੱਲ ਆ ਕਿ ਭੈਣ ਹੋਰੀ ਅੱਜ ਬਹੁਤ ਚੰਗੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉ ਰਹੇ ਆ ਤੇ ਬਾਈ ਹੋਰਾਂ ਨੇ ਵੀ ਆਪਣੀ ਮਿਹਨਤ ਲਗਨ ਨਾਲ, ਬਾਈ ਹੋਰੀ ਦੱਸਦੇ ਆ ਕਿ ਜਦੋਂ ਦੇ ਅਸੀਂ ਦੋਨੇ ਇਕੱਠੇ ਹੋਏ ਆ ਤਾਂ ਬਹੁਤ ਕੁਛ ਅਸੀਂ ਹਾਸਲ ਕਰ ਲਿਆ ਜਿਹੜਾ ਅਸੀਂ ਕਦੇ ਸੋਚਿਆ ਵੀ ਹੈ ਨਹੀਂ ਸੀ। ਤੇ ਇੱਕ ਗੱਲ ਦਾ ਪਛਤਾਵਾ ਬਾਈ ਹੋਰੀ ਇਹ ਵੀ ਦੱਸਦੇ ਆ ਕਿ ਸਾਡੀ ਕੋਰਟ ਮੈਰਿਜ ਹੁੰਦੀ ਆ। ਇਹ ਗੱਲ ਦਾ ਪਛਤਾਵਾ ਸਾਨੂੰ ਅੱਜ ਵੀ ਆ ਕਿ ਜਿਹੜੇ ਨੌਜਵਾਨ ਇਹ ਗਲਤੀਆਂ ਕਰਦੇ ਆ ਉਹ ਇਹ ਸਾਡੀ ਇੰਟਰਵਿਊ ਤੋਂ ਸਿੱਖਿਆ ਜ਼ਰੂਰ ਲੈ ਲੈਣ ਕਿ ਬਾਅਦ ਚੋਂ ਕੀ ਕੀ ਨੌਬਤਾਂ ਆਉਂਦੀਆਂ ਨੇ, ਕੀ ਕੀ ਭੁਗਤਣਾ ਪੈਂਦਾ। ਤੇ ਖਾਸ ਗੱਲ ਇੰਟਰਵਿਊ ਦੀ ਇਹ ਵੀ ਆ ਕਿ ਵਿਆਹ ਜਦੋਂ ਹੋ ਜਾਂਦਾ ਹੈ ਤਾਂ 1.5 ਸਾਲ ਤੱਕ ਭੈਣ ਹੋਰੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਹੀ ਰਹਿੰਦੇ ਆ ਤੇ ਕਿਉਂਕਿ ਪੇਕੇ ਪਰਿਵਾਰ ਵਾਲੇ ਇਹਨਾਂ ਨੂੰ ਲੈ ਗਏ ਹੁੰਦੇ ਆ। ਫਿਰ ਇਹਨਾਂ ਦਾ ਮਿਲਾਪ ਕਿਵੇਂ ਹੁੰਦਾ, ਬਾਈ ਹੋਰੀ 1.5 ਸਾਲ ਤੱਕ ਉਹਨਾਂ ਦਾ ਇਹ ਬੈਠੇ ਇੰਤਜ਼ਾਰ ਕਰਦੇ ਹੁੰਦੇ ਆ ਕਿ ਹਲੇ ਵੀ ਮੇਰੀ ਉਹ ਜ਼ਿੰਦਗੀ ਦੇ ਵਿੱਚ ਨੇ ਤੇ ਮੈਂ ਉਹਨਾਂ ਨਾਲ ਰਿਸ਼ਤਾ ਜੇ ਜੋੜਿਆ ਤਾਂ ਨਿਭਾ ਕੇ ਵੀ ਦਿਖਾਊਂਗਾ। 1.5 ਸਾਲ ਦਾ ਸਫ਼ਰ ਤੇ ਸਬਰ ਉਹ ਕਿਵੇਂ ਤੈਅ ਕਰਦੇ ਆ, ਇਹ ਸਾਰੀ ਕਹਾਣੀ ਬਾਈ ਮਨਵੀਰ ਤੇ ਭੈਣ ਪੂਜਾ ਹੋਰਾਂ ਦੀ ਦਿਖਾਵਾਂਗੇ। ਗੱਲਬਾਤ ਬਾਈ ਹੋਰਾਂ ਨਾਲ ਤੇ ਭੈਣ ਹੋਰਾਂ ਨਾਲ ਕਰ ਲੈਂਦੇ ਆ। ਬਾਈ ਬਹੁਤ ਬਹੁਤ ਸਵਾਗਤ ਆ ਭੈਣੇ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਠੀਕ ਹੋ ਤੁਸੀਂ? ਹਾਂਜੀ ਬਹੁਤ ਵਧੀਆ ਜੀ। ਅੱਛਾ ਤੇ ਹੋਰ ਸਿਹਤਾਂ ਠੀਕ ਨੇ ਤੁਹਾਡੀਆਂ? ਸਭ ਦੀ ਕਿਰਪਾ। ਅੱਛਾ ਤੇ ਬਾਈ ਤੁਹਾਡੀ ਜੋੜੀ ਬਹੁਤ ਸੋਹਣੀ ਆ ਹਨਾ ਤੇ ਤੁਸੀਂ ਇੱਥੋਂ ਤੱਕ ਦਾ ਸਫ਼ਰ 8 ਸਾਲਾਂ ਦਾ ਸਫ਼ਰ ਤੈਅ ਕਰ ਲਿਆ ਹਨਾ ਇੱਕ ਦੂਜੇ ਦੇ ਨਾਲ। ਕਿਵੇਂ ਦਾ ਅਹਿਸਾਸ 8 ਸਾਲਾਂ ਦਾ ਸਫ਼ਰ ਕਿਵੇਂ ਦਾ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਰਿਹਾ। ਅੱਛਾ ਜਦੋਂ ਤੇ ਮਤਲਬ ਵਾਪਸ ਸਾਡਾ ਮੇਲ ਹੋ ਗਿਆ ਉਸ ਤੋਂ ਬਾਅਦ ਤੇ ਬਹੁਤ ਵਧੀਆ ਰਿਹਾ। ਸਾਲ ਕੁ ਤੇ ਇੱਕ ਉਹੋ ਹੀ ਸਟਰਗਲ ਜਾਂ ਉਹੋ ਹੀ ਸਾਰਾ ਕੁਝ ਜਿਹੜਾ ਬੀਤਿਆ ਸਾਡੇ ਨਾਲ ਮਾੜਾ ਹੋਇਆ ਉਹ ਪਹਿਲੇ ਦਿਮਾਗ 'ਚ ਘੁੰਮਦਾ ਰਿਹਾ। ਉਸ ਤੋਂ ਬਾਅਦ ਬਹੁਤ ਵਧੀਆ ਸਾਡੇ ਜਿਹੜੇ 5-7 ਸਾਲ ਰਹੇ ਆ ਬਹੁਤ ਵਧੀਆ ਰਹੇ। ਅੱਛਾ ਤੇ ਜ਼ਿੰਦਗੀ ਸਹੀ ਚੱਲ ਰਹੀ ਹੈ ਹੁਣ? ਬਹੁਤ ਵਧੀਆ, ਬਹੁਤ। ਅੱਛਾ ਭੈਣੇ 8 ਸਾਲ ਹੋ ਗਏ ਅੱਜ ਤੁਹਾਡੇ ਵਿਆਹ ਨੂੰ ਹਨਾ? ਹਾਂਜੀ ਵੀਰ ਜੀ। ਤੇ 8 ਸਾਲਾਂ ਦਾ ਸਫ਼ਰ ਕਿਵੇਂ ਦਾ ਰਿਹਾ? ਇਹ ਲਵ ਮੈਰਿਜ ਕਰਾਉਣ ਵਾਲਾ ਅਹਿਸਾਸ ਕਿਵੇਂ ਦਾ ਰਿਹਾ ਤੁਹਾਡਾ? हाँ जी, देखिए ना, शादी तो हर किसी की हो ही जाती है, या तो माँ बाप करा देते हैं या हम खुद कर लेते हैं या फिर कोई रिश्तेदार भी करा देता है। लेकिन एक जो शादी का मोटिव होता है वो समझ के जब हम शादी कराते हैं तो शादी डेफिनेटली सक्सेसफुल रहती है। ये 8 साल कैसे निकल गए ये मतलब कि मुझे पता ही नहीं लगा। इतने खूबसूरत, इतने अच्छे परिवार, इतना अच्छा है और मनवीर तो इतने ज़्यादा अच्छे हैं कि शायद मेरे पास शब्द ही ना हो। अच्छा। हर चीज़ में इतने सपोर्टिव है, कभी किसी चीज़ के लिए भी मना नहीं किया। ये और इनका जो परिवार है खुद सोचते कि इसे फील ना हो कभी भी कि ये घर आती नहीं या जाती नहीं, मतलब कि मेरे मायके मैं नहीं जाती, कि इसे फील ही ना हो। ਅੱਛਾ ਤੇ ਬਈ ਤੁਹਾਡੀ ਇਹਨਾਂ ਨਾਲ ਮੁਲਾਕਾਤ ਕਿਵੇਂ ਹੁੰਦੀ ਆ? ਹੈਗੀ ਇਹ ਲਵ ਮੈਰਿਜ ਆ ਪਰ ਬਹੁਤ ਵੱਖਰੇ ਤਰੀਕੇ ਨਾਲ ਘੁੰਮ ਘੁਮਾ ਕੇ ਤੁਸੀਂ ਇਕੱਠੇ ਹੁੰਦੇ ਹੋ ਨਾ, ਇਹ ਸ਼ੁਰੂਆਤ ਕਿਵੇਂ ਹੁੰਦੀ ਆ? ਇਹਨਾਂ ਨਾਲ ਮਿਲਦੇ ਕਿਵੇਂ ਹੋ? ਮੁਲਾਕਾਤ ਜਿੱਦਾਂ ਦੱਸਿਆ ਤੁਹਾਨੂੰ ਬਿਲਕੁਲ ਅਲੱਗ ਤਰੀਕੇ ਨਾਲ ਹੋਈ ਕਿ ਮੰਮੀ ਮੇਰੇ ਬਿਮਾਰ ਸੀਗੇ ਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਇਦਾਂ ਪਿੰਗਲਵਾੜੇ ਇਹਦਾ ਕੋਈ ਇਲਾਜ ਹੁੰਦਾ, ਮਤਲਬ ਕੋਈ ਸਪਾਈਨਲ ਪ੍ਰੋਬਲਮ ਸੀਗੀ। ਇਹ ਉੱਥੇ ਪਹਿਲਾਂ ਹੀ ਮਤਲਬ ਸੇਵਾ ਕਰਦੇ ਸੀਗੇ ਨਾ, ਮਤਲਬ ਕਾਫੀ ਸ਼ੁਰੂ ਤੋਂ ਸ਼ੌਂਕ ਆ ਕਿ ਸੇਵਾ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ। ਨਾ ਕਿ ਉੱਥੇ ਮਤਲਬ ਕੋਈ ਜੌਬ ਕਰਦੀ ਸੀ, ਉੱਦਾਂ ਹੀ ਸੇਵਾ ਕਰਦੀ ਸੀ ਬਾਬਾ ਜੀ ਪਿੰਗਲਵਾੜੇ 'ਚ? ਪਿੰਗਲਵਾੜੇ ਦੇ ਵਿੱਚ। ਤੇ ਕਾਫੀ ਦੂਰੋਂ ਆ ਕੇ
ਇੱਥੋਂ ਖਾਸਾ ਕੈਂਟ ਆਲਮੋਸਟ 20-25 ਕਿਲੋਮੀਟਰ ਆ, ਉੱਥੋਂ ਜਾ ਕੇ ਤੇ ਇੱਥੇ ਮਤਲਬ ਪਿੰਗਲਵਾੜੇ ਨੇ ਡੇਲੀ ਅਪ ਡਾਊਨ ਕਰਨਾ ਤੇ ਉੱਥੇ ਸੇਵਾ ਕਰਦੀ। ਇੱਦਾਂ ਮੰਮੀ ਦੇ ਨਾਲ ਉੱਥੇ ਫਿਰ ਮੁਲਾਕਾਤ ਹੋਈ, ਆਪਸ ਇਹਨਾਂ ਦਾ ਪ੍ਰੇਮ ਪੈ ਗਿਆ। ਤੇ ਉਸ ਵੇਲੇ ਹੀ ਫਿਰ ਮੇਰੀ ਛੋਟੀ ਸਿਸਟਰ ਦੀ ਮੈਰਿਜ ਸੀਗੀ, ਜਿਹੜੀ ਮੇਰੇ ਤੋਂ ਛੋਟੀ ਆ। ਤੇ ਉਸ ਵੇਲੇ ਫਿਰ ਬੈਂਗਲ ਸੈਰੇਮਨੀ ਤੇ ਇਹਨੂੰ ਮੰਮੀ ਲੈ ਕੇ ਆ ਗਏ, ਜ਼ਬਰਦਸਤੀ ਲੈ ਆਏ ਕਿ ਨਹੀਂ ਤੂੰ ਨਾਲ ਚੱਲ। ਅੱਛਾ। ਹਾਂ, ਉਸ ਵੇਲੇ ਤੇ ਪਹਿਲੀ ਵਾਰੀ ਆਪਾਂ ਮਿਲੇ ਤੇ ਮਿਲੇ, ਇੱਕ ਦੂਜੇ ਨੂੰ ਦੇਖਿਆ। ਤੇ ਉਸ ਵੇਲੇ ਮਤਲਬ ਇਹਨੇ ਵੀ ਇੱਥੇ ਪਹਿਲੀ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਪਹਿਲੀ ਵਾਰੀ ਇਹੋ ਜਿਹਾ ਮਤਲਬ ਫੰਕਸ਼ਨ ਦੇਖਿਆ। पहली बार ही मैंने शादी देखी, सरदारों में कैसे शादी होती है। ਇਹਨੂੰ ਬੜਾ ਵਧੀਆ ਲੱਗਾ ਮਾਹੌਲ ਕੇ ਸਾਰੇ बैंगल open सेरेमनी वाले फंक्शन भी पहली बार ਤੁਸੀਂ देखा। ਬੇਸਿਕਲੀ ਕਿੱਥੋਂ? मैं हरियाणा हिसार से। ਅੱਛਾ। हाँ जी। ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਇਹਨੂੰ ਵਧੀਆ ਵੀ ਲੱਗਾ। ਫਿਰ ਬਾਈ ਚਾਂਸ ਉਸ ਵੇਲੇ ਨਾ ਮੈਂ ਵੀ ਥੋੜਾ ਬਿਮਾਰ ਸੀਗਾ, ਮੈਨੂੰ ਥੋੜੀ ਕੋਈ ਪ੍ਰੋਬਲਮ ਸੀਗੀ ਅਪੈਂਡਿਕਸ ਦੀ। ਤੇ ਉਹ ਮੈਂ ਫਿਰ ਲੇਟ ਹੋ ਕੇ ਜਦੋਂ ਫੰਕਸ਼ਨ ਖਤਮ ਹੋ ਗਿਆ ਤੇ ਇੱਥੋਂ ਕਾਫੀ ਦੂਰ ਸੀਗਾ, ਮੈਂ ਛੱਡਣ ਜਾਣਾ ਸੀ। ਮੈਨੂੰ ਮੰਮੀ ਨੇ ਕਿਹਾ ਤੂੰ ਛੱਡ ਆ। ਤੇ ਇਹਨਾਂ ਨੂੰ ਪਤਾ ਸੀ ਕਿ ਮੈਂ ਥੋੜਾ ਹੈ ਬਿਮਾਰ ਇੱਦਾਂ। ਤੇ ਫਿਰ ਰਾਹ 'ਚ ਸਾਡੀ ਆਪਸ 'ਚ ਮੰਮੀ ਦੇ ਬਾਰੇ ਵੀ ਗੱਲ ਹੁੰਦੀ ਰਹੀ ਕਿ ਇੱਦਾਂ ਮੰਮੀ ਦਾ ਧਿਆਨ ਰੱਖੋ ਤੁਸੀਂ ਸਾਰੇ ਜਾਣੇ। ਤੇ ਇੱਦਾਂ ਉਹਨਾਂ ਨੂੰ ਉਦੋਂ ਕੋਈ ਗੱਲ ਦਿਲ 'ਚ ਤੁਹਾਡੇ ਜਾਂ ਇਹਨਾਂ ਦੇ ਹੈਗੀ ਸੀ ਕਿ ਅਸੀਂ ਰਿਲੇਸ਼ਨ 'ਚ ਆਉਣਾ? ਨਹੀਂ, ਦੋਨਾਂ 'ਚ ਨਹੀਂ, ਪਰ ਜਾਂਦੇ ਵਕਤ ਹੀ ਇਦਾਂ ਮਤਲਬ ਕਾਫੀ ਟਾਈਮ ਲੱਗ ਗਿਆ ਨਾ ਜਿੱਦਾਂ। ਤੇ ਪਹੁੰਚੇ ਪਿੰਗਲਵਾੜੇ, ਛੱਡ ਆਇਆ ਮੈਂ। ਤੇ ਛੱਡ ਕੇ ਤੇ ਇਹਨੂੰ ਪਤਾ ਸੀ ਕਿ ਮੈਂ ਥੋੜਾ ਬਿਮਾਰ ਹੈ ਤੇ ਮੇਰੇ ਕੋਲ ਨੰਬਰ ਲੈ ਲਿਆ ਕਿ ਚਲੋ ਤੁਸੀਂ ਠੀਕ ਠਾਕ ਪਹੁੰਚ ਗਏ, ਮੈਂ ਪੁੱਛ ਲੂੰਗੀ। ਤੇ ਨਾਲੇ ਮੰਮੀ ਬਾਰੇ ਗੱਲ ਕਰੂੰਗੀ ਕਿ ਉਹਨਾਂ ਮੇਨ ਮੋਟਿਵ ਤੇ ਇਹ ਸੀਗਾ ਕਿ ਮੰਮੀ ਮਤਲਬ ਥੋੜੇ ਕੰਫਰਟੇਬਲ ਰਹਿਣ। ਤੇ ਇਸ ਕਰਕੇ ਉਹਨਾਂ ਨੂੰ ਫੋਨ ਨੰਬਰ ਲਿੱਤਾ ਜਦੋਂ ਮੈਂ ਵਾਪਸੀ ਆਇਆ। ਤੇ ਇਦਾਂ 10 ਕੁ ਵਜੇ ਮੈਨੂੰ ਫਿਰ ਫੋਨ ਆਇਆ ਕਿ ਤੁਸੀਂ ਪਹੁੰਚ ਗਏ ਹੋ, ਠੀਕ ਹੋ? ਮੈਂ ਕਿਹਾ ਜੀ ਹਾਂਜੀ ਪਹੁੰਚ ਗਿਆ ਜੀ, ਮੈਂ ਠੀਕ ਆ। ਬਸ ਫਿਰ ਇਦਾਂ ਹੀ ਹੌਲੀ ਹੌਲੀ ਕਰਕੇ ਦੁਬਾਰਾ ਫਿਰ ਜਦੋਂ ਜਿੰਨੀ ਚਿਰ ਤੱਕ ਮੈਰਿਜ ਸੀਗੀ ਆਉਣਾ ਜਾਣਾ ਰਿਹਾ ਤੇ ਸਾਡਾ ਇੱਕ ਦੂਜੇ ਨਾਲ ਫਿਰ ਹੋ ਗਈ ਅਟੈਚਮੈਂਟ। ਅੱਛਾ। ਤੇ ਉਹ ਤੁਹਾਡੇ 'ਚ ਦੋਨਾਂ 'ਚ ਪ੍ਰਪੋਜ਼ ਕੌਣ ਕਰਦਾ ਤੇ ਕਿਵੇਂ? ਉਹ ਕਿਹੜਾ ਮੌਕਾ ਹੁੰਦਾ? ਸਿਸਟਮ ਹੀ ਬਿਲਕੁਲ ਅਲੱਗ ਜਿਹਾ ਸੀਗਾ। ਤੇ ਪ੍ਰਪੋਜ਼ ਵਗੈਰਾ ਤੇ ਨਹੀਂ ਕੁਛ, ਬਸ ਇਦਾਂ ਸੀਗਾ ਕਿਉਂਕਿ ਮੇਰਾ ਨਾ ਤੁਹਾਨੂੰ ਦੱਸਦਾ ਸ਼ਾਰਟ 'ਚ ਦੱਸਦਾ, ਕਿਉਂਕਿ ਮੈਂ ਆਪਣਾ ਬਹੁਤ ਜ਼ਿਆਦਾ ਮਤਲਬ ਪੜ੍ਹਾਈ ਦੇ ਵਿੱਚ ਘੱਟ ਹੀ ਆ। ਤੇ ਮੈਨੂੰ ਜਿੱਦਾਂ ਨਾ ਮੈਂ ਬਚਪਨ ਤੋਂ ਸਾਧੂਆਂ ਕੋਲ ਰਿਹਾ, ਬਾਬਿਆਂ ਕੋਲ ਰਿਹਾ ਵਾਂ ਇੱਥੇ ਨਾਨਕਸਰ। ਤੇ ਇਸ ਕਰਕੇ ਨਾ ਮਤਲਬ ਮੇਰਾ ਉਹ ਖੁੱਲਿਆ ਨਹੀਂ ਸੀ ਕਿ ਕੋਈ ਨਾਰਮਲ ਕੁੜੀ ਦੇ ਨਾਲ ਕਿਸੇ ਦੇ ਨਾਲ ਵੀ ਮੈਂ ਗੱਲ ਕਰ ਲਵਾਂ। ਹਾਂ, ਤੇ ਇਦਾਂ ਮਤਲਬ ਗੱਲ ਵੀ ਇਦਾਂ ਬਿਲਕੁਲ ਦੇਸੀ ਸਟਾਈਲ ਦੇ ਨਾਲ ਹੋਈ ਕਿ ਮੈਂ ਤਾਂ ਡਾਇਰੈਕਟ ਹੀ ਪੁੱਛ ਲਿਆ ਕਿ ਮਤਲਬ ਤੁਸੀਂ ਵਿਆਹ ਤੇ ਕਰਾਉਣਾ ਵਾ ਤੇ ਮੈਂ ਵੀ ਕਰਾਉਣਾ ਵਾ ਤੇ ਇਦਾਂ ਆਪਾਂ ਕਿਉਂ ਨਾ ਇਕੱਠੇ ਕਰਾ ਲਈਏ। ਨਾਰਮਲੀ ਗੱਲ ਹੈਗੀ। ਤੇ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ। ਨਹੀਂ, ਬਾਈਕ ਦੇ ਮਗਰ ਆਮਨੇ ਸਾਹਮਣੇ ਬੈਠ ਕੇ ਤੇ ਮੈਂ ਵੀ ਨਹੀਂ ਕਹਿ ਸਕਦਾ। नहीं मैंने ना कर। ਹਾਂ, ਉਸ ਵੇਲੇ ਤੇ ਕਹਿ ਦਿੱਤਾ ਸੀ ਕਿ ਤੇ ਨਹੀਂ ਮੇਰੇ ਘਰਦਿਆਂ ਨੇ ਦੇਖਿਆ। ਨਹੀਂ, ਮੈਂ ਕਿਹਾ ਅਗਰ ਨਾ ਦੇਖਿਆ ਹੁੰਦਾ ਤੇ ਫਿਰ ਤੇ ਨਹੀਂ ਕੋਈ ਇਤਰਾਜ਼ ਸੀ। ਕਹਿੰਦੇ ਫਿਰ ਨਹੀਂ ਕੋਈ ਇਤਰਾਜ਼ ਸੀ। ਤੇ ਬਸ ਫਿਰ ਇਦਾਂ ਹੀ। ਪਰ ਗੱਲ ਹੋਈ ਸੀ ਇਹਨਾਂ ਦੇ ਘਰਦਿਆਂ 'ਚ, ਮੈਨੂੰ ਇੰਨਾ ਪਤਾ ਸੀ ਕਿ ਰਿਸ਼ਤਾ ਹੋਇਆ ਹੈ ਇਹਨਾਂ ਦਾ। ਤੇ ਮਤਲਬ ਗੱਲ ਚੱਲਦੀ ਪਈ, ਇਹਨਾਂ ਨੇ ਦੇਖ ਲਿਆ ਗੱਲ ਚੱਲਦੀ ਪਈ ਆ। ਤੇ ਪਰ ਉਸ ਵੇਲੇ ਮੈਂ ਮਤਲਬ ਇਦਾਂ ਗੱਲਬਾਤ ਹੁੰਦੀ ਰਹੀ ਜਿੰਨੀ ਚਿਰ ਤੱਕ ਵਿਆਹ ਹੋਣਾ ਸੀਗਾ ਸਿਸਟਰ ਦਾ, ਉਨੀ ਚਿਰ ਤੱਕ ਸਾਡੀ ਕਾਫੀ ਪ੍ਰੇਮ ਪੈ ਚੁੱਕਾ ਸੀ। ਅੱਛਾ। ਤਬ ਤੱਕ ਫਿਰ ਉਨੀ ਚਿਰ ਤੱਕ ਫਿਰ ਇਹ ਮੰਨਦੇ ਕਿਵੇਂ ਆ? ਮੰਨੇ ਹੀ ਜੀ। ਮੰਨੇ ही मतलब अंदरों सिर्फ घरदियां दा डर सीगा कि एक्चुअल में बीमार हो गए थे जब हॉस्पिटल में एडमिट रहे, तो मुझे ज़्यादा जैसे अटैचमेंट हो जाती ना पेशेंट की देखभाल करते करते, तो वो वाला हिसाब ज़्यादा हुआ। फोन ते जे मिल के? नहीं जी, फोन ते नहीं। साडी ना शुरू तो अज तक भी फोन ते जिद्दां नहीं कोई मतलब लव स्टोरियां होंदियां कि 2-2 4-4 घंटे फोन ते नहीं, साडे को 10 मिनट तो बाद गल ही नहीं हुंदी फोन ते। फोन ते बहुत घट गल, पर जेड़ा मेल मिलाप जेड़ा मतलब रहा ना इन्नी चेर दे विच, उन्नी चेर इन्ने बहुत ज्यादा सेवा की जिन्ना मैं परेशान सीगा। अच्छा, ये बीमार हो गई क्योंकि बड़ी सिस्टर की इनकी इनसे छोटी है, पर 2 बहनें ना, उनकी शादी हो गई थी तो घर वही ज़्यादा देखते थे। छोटी ज़्यादा छोटी थी, तो फिर एक भाई है वो भी छोटे थे, तो फिर इनकी देखभाल पापा ने काम पे जाना होता था, तो हॉस्पिटल में महीना रहे होंगे तो मैं ही रही थी इनके पास। तब कोई ऐसा मतलब कि उसके बाद ही हुआ जो प्रपोज वाला आपने पूछा है ना, वो उसके बाद ही हुआ, उससे पहले नहीं हुआ। अच्छा, वो ਹਸਪਤਾਲ 'ਚ ਤੁਸੀਂ ਇਹਨਾਂ ਦੀ ਕੇਅਰ ਕੀਤੀ ਹੈ ਨਾ, ਅਟੈਚਮੈਂਟ ਹੋ ਗਈ ਤੁਹਾਡੇ ਨਾਲ? ਜਦੋਂ ਮਤਲਬ ਬਿਮਾਰ ਸੀ ਨਾ, ਮੈਂ ਹੱਦ ਤੋਂ ਵੱਧ ਬਿਮਾਰ ਹੋ ਗਿਆ ਸੀ। ਅੱਜ ਤੇ ਫਿਰ ਵੀ ਦੇਖਣ 'ਚ ਠੀਕ ਠਾਕ ਲੱਗਦਾ, ਉਹ ਤਾਂ ਮਤਲਬ ਅੱਜ ਮੇਰੇ ਸਾਹਮਣੇ 20-25 ਕਿਲੋ ਅੱਜ ਦੇ ਹਿਸਾਬ ਨਾਲ ਹੋਰ ਘੱਟ weight ਹੋਣਾ, ਬਿਲਕੁਲ ਇੰਨਾ ਕੁ ਹੋ ਗਿਆ ਸੀ ਮੈਂ ਉਸ ਵੇਲੇ ਜਦੋਂ ਇੰਨੀ ਸੇਵਾ ਕੀਤੀ। ਮੈਂ ਕਿਹਾ ਦੱਸ, ਜਿਹੜਾ ਮਤਲਬ ਕੋਈ ਇੰਨਾ ਕੋਈ ਹੈ ਨਹੀਂਗਾ ਤੇ ਫਿਰ ਵੀ ਇੰਨਾ ਮਤਲਬ ਕਰਦੀ ਮੇਰੇ ਨਾਲ। ਤੇ ਮੈਂ ਕਿਹਾ ਇਸ ਤੋਂ ਵਧੀਆ ਜਿਵੇਂ ਨਾ ਰੱਬ ਨੇ ਆਪ ਭੇਜੀ ਹੁੰਦੀ ਕੋਈ ਕੁੜੀ, ਤੇ ਇਸ ਤੋਂ ਵਧੀਆ ਕੋਈ ਜੀਵਨ ਸਾਥੀ ਨਹੀਂ ਹੋ ਸਕਦਾ। ਨਾਲੇ ਸੁਭਾਅ ਵੀ ਇੰਨਾ ਮਿਲਦਾ ਸੀ ਸਾਡਾ ਆਪਸ 'ਚ। ਤੇ ਪਰ ਅੰਦਰ ਜ਼ਰੂਰ ਸੀਗਾ ਕਿ ਇਹਨਾਂ ਦੇ ਘਰਦਿਆਂ ਨੇ ਕਦੇ ਨਹੀਂ ਮੰਨਣਾ, ਹੋਣਾ ਨਹੀਂ ਆ, ਪਰ ਅੰਦਰੋਂ ਇਹ ਵੀ ਸੀਗਾ ਕਿ ਵਿਆਹ ਕਰਾਉਣਾ ਤੇ ਇੱਥੇ ਹੀ ਕਰਾਉਣਾ।
ਅੱਛਾ ਤੇ ਤੁਸੀਂ ਇੱਥੇ ਕਿਵੇਂ ਆਉਨੇ ਹੋ ਅੰਮ੍ਰਿਤਸਰ ਸਾਹਿਬ ਹਨਾ ਤੇ ਤੁਸੀਂ ਬੇਸਿਕਲੀ ਹਿਸਾਰ ਤੋਂ ਹਰਿਆਣੇ ਤੋਂ ਇੱਥੇ ਕਿਵੇਂ ਆਉਣ ਦਾ ਸਬਬ ਬਣਦਾ ਇੱਥੇ ਪਿੰਗਲਵਾੜੇ ਆ ਕੇ ਸੇਵਾ ਕਰਨ ਦਾ ਕੀ ਸਬਬ ਰਹਿੰਦਾ ਗਾ +2 मैंने हरियाणा से हिसार के पास एक गांव है, अब तो हम फिलहाल हिसार में सेटल हैं, तो वहाँ गांव में +2 तक की स्कूल था। उसके बाद पापा यहाँ आर्मी में जॉब करते थे, यहाँ उनकी पोस्टिंग थी अमृतसर। तो फिर मुझे बोलते कि पढ़ाई में मैं अच्छी थी, तो मेरे प्रिंसिपल बोलते नहीं पढ़ाओ आगे, तो फिर यहाँ भेज दिया पढ़ने के लिए। खालसा कॉलेज फॉर वुमेन से मैंने ग्रेजुएशन की, उसके साथ साथ ही मैं पिंगलवाड़ा आती रही। अच्छा फैमिली जानी थोड़ी फैमिली आरजी तौर पे इत्थे जी सी जी मैं बचपन से नाना नानी के पास रहती थी, फिर वहाँ से मुझे मम्मी पापा के पास भेज दिया गया। ਠੀਕ ਆ ਅੱਛਾ ਤੇ ਤੁਹਾਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਹਨਾ ਤੇ ਉਹ ਹਸਪਤਾਲ ਵਾਲਾ ਪਹਿਲੂ ਸਭ ਤੋਂ ਵੱਡਾ ਰਹਿੰਦਾ ਤੁਹਾਡੀ ਜ਼ਿੰਦਗੀ ਦਾ ਜਿੱਥੋਂ ਤੁਹਾਡੀ ਅਟੈਚਮੈਂਟ ਸ਼ੁਰੂ ਹੁੰਦੀ ਹੈ ਹਨਾ ਬਈ ਤੇ ਫਿਰ ਅੱਗੇ ਦੀ ਕਹਾਣੀ ਕਿਵੇਂ ਚੱਲਦੀ ਆ ਅੱਗੇ ਦਾ ਕੀ ਮਾਹੌਲ ਹੁੰਦਾ मैं इनको ना कर देती हूँ क्योंकि मुझे पता होता कि मेरी फैमिली ने नहीं मानना, और मैं भी ऐसे उनको फोर्स नहीं कर सकती किसी चीज़ के लिए, क्योंकि मैं भी इन्हें अच्छे से जानती नहीं हूँ भाई क्या कैसे कुछ। तो बाद में धीरे धीरे ऐसे होता जब मैं सेवा करती थी पिंगलवाड़ा, तो किसी के घर जाना था हेल्प करने के लिए और मैं कहीं दूर थी, तो मैंने मनवीर को फ़ोन करके कहा कि आप चले जाओगे, चले गए। कई बार ऐसा हुआ कि जब भी मैंने बोल देना उस वहाँ जाना तो ये चले जाते जैसे किसी की हेल्प करने। तो मुझे फिर धीरे धीरे लगने लगा कि नहीं काफ़ी अच्छे इंसान हैं, मतलब कि हेल्प करने के जब हमें कोई मतलब नहीं होता किसी से, तब जब हम किसी की हेल्प करते हैं तो वह एक्चुअल हेल्प होती है। तो फिर मेरे मन में हो गया था कि नहीं ये अच्छे मतलब कि एक अच्छे इंसान है जो आगे भी मतलब कि ये बिना पूछे भले जितनी मर्जी दूर भेज दो ये चले जाते थे। अच्छा जी फिर मुझे हो गया कि मुझे ये था कि कोई लड़का ऐसा हो कि जो मैं सेवा कर रही हूँ उसके लिए रोके ना। तो मेरे मन में भी आने लगा कि नहीं हैं तो अच्छे ही, पर मैंने खुद से कुछ मतलब कि कहा नहीं, पर मेरे ये हो गया था मुझे कि नहीं अच्छे हैं बहुत अच्छे अच्छा हैं। तो फिर किवें मनाउंदे ਤੁਹਾਨੂੰ ਇਹ ਦੂਜੀ ਵਾਰ प्रपोज ਕਿਵੇਂ ਕਰ नहीं मनाने की तो कोई बात ही नहीं होती, जब हॉस्पिटल में होते तभी बोलते हैं कि अगर मैंने शादी नहीं करानी, अगर आपसे नहीं हुई शादी भी मुझसे नहीं हुई तो फिर मैं क्योंकि इनकी हालत भी ऐसी थी मैंने कहा नहीं नहीं मैं आपसे ही कराऊंगी, बस ऐसे बात ख़त्म हो गई। अच्छा अच्छा हाँ जी फिर मैं हरियाणा चली जाती हूँ, मेरे लड़का देख रहे थे क्योंकि रिश्ते जब बच्चा जवान हो जाता है तो आपको पता है रिश्ते देखते रहते हैं। मेरे घर वालों को कोई पसंद नहीं आता था, ये भी नहीं ठीक वो भी नहीं ठीक। जब इनसे मिली थी तब भी रिश्ते की बात चल रही थी, उनको पसंद नहीं आया। फिर उसके बाद फिर लड़का देखने आया मुझे, तो इनको मैंने किसी से को बताया पिंगलवाड़े में कि मुझे कोई देखने आया, तो उन्होंने इनको बता दिया। फिर जब मैं वापस अमृतसर आई 2-3 दिन के लिए, फिर कॉलेज किसी काम से गई थी तो मैंने सोचा मिल लूँ एक बार, फिर पता नहीं कब मिलना होगा। जब फिर मैं इनसे मिलने आई तो ये मुझे बोलते कि हमने आज ही शादी करनी है, तो मैंने कहा नहीं नहीं ये तो पॉसिबल नहीं है। हाँ ਇਹਦੇ बस ਵਿੱਚ ਇੱਕ ਹੋਰ ਸੀਨ ਹੋਇਆ ਸੀ ਕਿ ਜਦੋਂ ਹਸਪੀਟਲ ਤੋਂ ਆਪਾਂ ਹੋ ਗਏ ਲਗਭਗ ਮਹੀਨਾ ਕਰਿਆ ਮੈਂ ਹਸਪੀਟਲ ਤੋਂ ਆਪਾਂ ਮਤਲਬ ਛੁੱਟੀ ਮਿਲ ਗਈ ਆ ਕੇ ਫਿਰ ਘਰੇ ਰਹੇ ਤੇ ਫਿਰ ਮੈਨੂੰ 2-4 ਦਿਨਾਂ ਬਾਅਦ ਬਹੁਤ ਦਰਦ ਹੋਵੇ, ਫਿਰ ਉਹੀ ਤਕਲੀਫ ਹੋਵੇ। ਮੈਂ ਕਿਹਾ ਪਤਾ ਨਹੀਂ ਕੀ ਪ੍ਰੋਬਲਮ ਆ ਇਹ ਸੀ। ਮੈਂ ਤੁਹਾਨੂੰ ਐਂਡ ਤੇ ਦੱਸੂਗਾ ਕੀ ਹੋਇਆ ਬਾਅਦ ਚ ਕਿ ਜਦੋਂ ਮਤਲਬ ਫਿਰ ਨਾ ਮਤਲਬ ਮੈਂ ਤੁਹਾਨੂੰ ਦੱਸਿਆ ਨਾ ਮੈਂ ਛੋਟੇ ਹੁੰਦੇ ਬਾਬਿਆਂ ਕੋਲ ਰਿਹਾ ਵਾਂ ਨਾਨਕਸਰ, ਤੇ ਉੱਥੇ ਫਿਰ ਮੈਨੂੰ ਇੱਥੇ ਕੁਝ ਵੀ ਨਹੀਂ ਆਰਾਮ ਮਿਲ ਰਿਹਾ, ਨਾ ਦਵਾਈਆਂ ਦੇ ਵਿੱਚ ਨਾ ਕੋਈ ਪ੍ਰੋਬਲਮ, ਮਤਲਬ ਸਮਝ ਨਹੀਂ ਲੱਗਦੀ ਵੀ ਉੱਥੇ ਲੈ ਕੇ ਮੈਨੂੰ ਫਿਰ ਕੀ ਮੈਨੂੰ ਆਇਆ ਕਿ ਨਹੀਂ ਉੱਥੇ कि वहाँ से ले आए हो इस करके ना बीमार हो ਸਕਦਾ गए ਹੈ ਕਿ ਮਤਲਬ ਕੀ ਪ੍ਰੋਬਲਮ ਹੈ ਉੱਥੋਂ ਤੁਸੀਂ ਆ ਗਏ ਹੀ ਇਸ ਕਰਕੇ ਕੋਈ ਇਹੋ ਜਿਹੀ ਨਾ ਗੱਲ ਹੁੰਦੀ ਹੋਵੇ। ਤੇ ਮੈਂ ਗਿਆ ਉੱਥੇ ਵਾਪਸ, ਇਹਨਾਂ ਨੇ ਸਾਰੇ ਲੈ ਗਏ ਮੈਨੂੰ, ਮੈਂ ਤੇ ਮੇਰੇ ਮੰਮੀ ਤੇ ਆਪਾਂ ਜਦੋਂ ਗਏ ਤੇ ਰਾਤ ਨੂੰ ਪਹੁੰਚੇ ਤੇ ਸਵੇਰੇ ਮਤਲਬ ਉਹਨਾਂ ਦਾ ਲੱਗਣਾ ਸੀ ਦੀਵਾਨ ਤੇ। ਆਪਾਂ ਜਦੋਂ ਮਿਲੇ ਨਾ ਬਾਬਾ ਜੀ ਨੂੰ ਤੇ ਉਦੋਂ ਉਹਨਾਂ ਨੇ ਕਿਹਾ ਕਿ ਇਹ ਹਲੇ ਨੇ ਹੋਰ ਬਿਮਾਰ ਪੈਣਾ ਜੀ, ਹਲੇ ਨੇ ਮਤਲਬ ਫਿਰ ਉਹਨੂੰ ਮੰਮੀ ਨੇ ਦੱਸਿਆ ਕਿ ਇਹਦਾ ਤੇ ਵਿਆਹ ਕਰਨਾ ਸੀ ਤੇ ਆਪਾਂ ਤੇ ਕੁੜੀ ਵੀ ਦੇਖ ਲਈ। मुझे भी दिखाया उन्होंने कि ये लड़की ਹਲੇ ਚਲੋ ਇਹ ਉਸ ਵੇਲੇ ਇਹਨਾਂ ਦੇ ਮੰਮੀ ਪਾਪਾ ਦੇ ਨਾਲ ਗੱਲ ਨਹੀਂ ਹੋਈ ਸੀ, ਪਰ ਉਸ ਵੇਲੇ ਨਾ ਬਾਬਾ ਜੀ ਨੇ ਕਿਹਾ ਕਿ ਨਹੀਂ ਇਹ ਮਤਲਬ ਇਦਾਂ ਹੀ ਹੱਲੇ ਰਹੂਗਾ, ਇੱਥੇ ਛੱਡ ਜਾਓ ਇਹਨੂੰ ਵਾਪਸ। ਤੇ ਫਿਰ ਉਸ ਤੋਂ ਬਾਅਦ ਆਪਾਂ ਨਿਕਲ ਆਏ, ਜਦੋਂ ਬਾਹਰ ਆ ਗਏ ਤੇ ਉਹਨਾਂ ਨੇ ਸੁਨੇਹਾ ਭੇਜਿਆ ਕਿ ਇਹ ਕੁੜੀ ਦਾ ਬਿਆਹ ਨਾ ਕਰਾਈ ਨਾ, ਛੱਡ ਕੇ ਚੱਲ ਜਾਣਾ। ਇਹ ਦਿਮਾਗ 'ਚ ਮੇਰੇ ਬਹਿ ਗਈ, मैं उस वेले की दिमाग 'ਚ टेंशन मेरे। मुझे भी ये था कि छोड़ के तो मैंने जाना नहीं, क्योंकि मैं तो ऐसी सोच वाली हूँ नहीं कि छोड़ दूँ, छੱਡ दूंगी। मुझे भी पर ये आगे का नहीं ना पता था कि क्या सिचुएशन होनी जिसकी वजह से मुझे छोड़ना पड़ जाना, कि मैं तो दोनों साइड ही गलत करूँगी, मतलब कि इनके साथ भी उनके साथ भी करूँ तो करूँ क्या। क्योंकि ये जो लव मैरिज होती ना, ये एक ऐसी चीज़ होती है कि जैसे इंसान ट्रेन में चढ़ तो अपनी मर्जी से जाता पर उतर नहीं ना सकता अपनी मर्जी से।
तो वही वाला हिसाब हो जाता कि हमें चढ़ने का तो पता है लेकिन उतरने का नहीं पता। जब ड्राइवर ने ट्रेन रोकनी तभी हम उतर सकते हैं, हमें आगे का कुछ नहीं पता होता। हम स्टेप तो उठा लेते हैं पर आगे कुछ भी नहीं पता। अच्छा, तो फिर थोड़ी जिंदगी च की हुंदा? जी ऐसे ही करते करते कि इनको लगने लगा कि नहीं, इसके घर वालों ने नहीं माना, क्योंकि इनको था, क्योंकि उन्होंने सच में नहीं मानना था। पर पापा मेरे लव मैरिज के खिलाफ तो नहीं थे, पर एक्चुअल में उनसे बात ही नहीं कभी कर पाई, कभी बता ही नहीं पाई, ना मम्मी को खुल के कभी, ना पापा को, क्योंकि ऐसा माहौल कभी रहा ही नहीं। क्योंकि एक तो मैं नाना नानी के पास रही, गांव, मेरी गांव का माहौल, ऊपर से हरियाणा, आपको पता है कल्चर ही उत्थे हो जाया। मैं उनसे कभी खुल के कोई बता ही नहीं पाई। अगर मैं बताती तो वो बाद में भी बोलते रहे कि अगर तुम बताती तो मैं मान ही जाती से। ਗੱਲ ਹੀ ਇਦਾਂ ਹੋਈ ਨਾ, ਫਿਰ ਬੰਦਾ ਚੇਤਾ ਕਰ ਕਰਕੇ ਫਿਰ ਰੋਂਦਾ, ਪਰੇਸ਼ਾਨ ਹੁੰਦਾ। ਉਸ ਵੇਲੇ ਗੱਲਾਂ ਹੀ ਬਹੁਤ ਹੋਈਆਂ। ਅੱਛਾ, ਪਰ ਬੜਾ ਹੀ ਕੋਸ਼ਿਸ਼ ਕੀਤੀ ਕਿ ਇਦਾਂ ਹੀ ਹੋ ਜਾਵੇ ਸਾਰਾ ਕੁਝ, ਪਰ ਨਹੀਂ, ਮਤਲਬ ਜਿੱਦਾਂ ਕੋਈ ਨਾ ਰੱਬੀ ਕੋਈ ਸਿਸਟਮ ਬਣਦਾ ਹੀ ਨਹੀਂ ਪਿਆ ਹੈ। ਅੱਛਾ, ਤੇ ਹਾਂ, ਤੇ ਫਿਰ ਉਦੋਂ ਬਾਅਦ ਭਾਈ ਜਾਨ ਸਿੰਘ ਨੇ 15 ਦਿਨਾਂ ਵਾਸਤੇ ਕਹਿੰਦੀ ਕਿ ਮੈਂ ਨਾ ਆਪਾਂ ਹਰਿਆਣੇ ਜਾਣਾ ਤੇ 15 ਦਿਨਾਂ ਬਾਅਦ ਆਵਾਂਗੀ। ਪਤਾ ਵੀ ਨਹੀਂ ਮੈਨੂੰ ਕਿ ਆਣਾ ਕਿ ਨਹੀਂ ਆਣਾ। ਮੈਨੂੰ ਲੱਗਾ ਕਿ ਕੋਈ ਗੜਬੜ ਹੈਗੀ, ਐ ਨਾ ਹੋਵੇ ਕਿ ਜਦੋਂ ਜਾਵੇ ਤੇ ਫਿਰ ਉਸ ਵੇਲੇ ਹੋ ਜਾਵੇ। ਫਿਰ ਜਦੋਂ ਉੱਥੇ ਗਏ ਤੇ ਉੱਥੋਂ ਮੇਰੇ ਹਿਸਾਬ ਨਾਲ 10-15 ਦਿਨ ਉੱਥੇ, ਫਿਰ ਗੱਲਬਾਤ ਵੀ ਨਹੀਂ, ਫੋਨ ਨਹੀਂ ਨਾ ਹੁੰਦਾ ਸੀ, ਫੋਨ ਤੇ ਬਹੁਤਾ नहीं, मतलब गल ਉੱਥੇ ਜਾ ਕੇ ਕਰ ਸਕਦੇ ਸੀ। मुझे पहले से ही पता था कि जैसे मेरे घर वालों ने नहीं मानना इनके लिए, क्योंकि हमारे धर्म बिल्कुल अलग, भाषा भी अलग है, उधर हरियाणवी बोलते हैं, यहाँ पंजाबी। और पंजाबी तो मैंने कोई सरदार कभी अपनी लाइफ में देखा ही नहीं। मुझे तो ये भी नहीं पता था कि सरदार लोगों में मतलब कि पूजा किस चीज़ की होती है। मुझे लगता है ये गल भी दसते हो कि थोड़ियां जातां भी अलग, हाँ, वो जात सब तो भी अलग, बड़ा सब कुछ ही, मतलब कि कल्चर भी सब कुछ ही तो अलग था, बिल्कुल ही अलग। एक चीज़ तो मिलती होती तो भी मुझे लगता। और वो बात एक तरफ, फिर पेरेंट्स किसी भी एंगल से नहीं मान सकते थे। वो कहते थे कास्ट भी अलग, इतनी दूर है, तुम्हें कल ना कुछ हो गया, तंग रखेंगे तो हम कैसे पता मतलब कि लेने जाएंगे। वो अपनी जगह ठीक थे, नहीं मान रहे थे, वो अपने व्यूज से ठीक थे पेरेंट्स। ਤੁਹਾਨੂੰ ਇਹ ਚੀਜ਼ ਦਾ ਪਤਾ ਹੁੰਦਾ ਕਿ ਪਰਿਵਾਰ ਨੇ ਨਹੀਂ ਮੰਨਣਾ ਜਦੋਂ ਇਹ नहीं, ये तो मुझे पक्का ही पता होता कि नहीं मानना। पर हाँ, इतना मुझे था कि अगर एक बार बात की जाती तो वो एक बार देखते जरूर, सोचते जरूर, भले उन्होंने ना करनी होती। यही चीज़ नहीं की मैंने। अच्छा, फिर कोई फंक्शन था, मैं घर जाती हूँ हरियाणा, तो वहाँ पे लड़का देखने के लिए आता मुझे। अच्छा, जैसे एकदम से पता लगता है, 8 बजे का टाइम था रात को, कि लड़का आ रहा आधा घंटे पहले ही। तो मुझे पता नहीं था, मैं सोचूं कि मैंने तो उधर शादी करानी है, क्या करूँ अब। फिर मैंने परमात्मा पे छोड़ दिया, अगर यहाँ हाँ होगी तो मैंने छोड़ देना इनको। मैंने पक्का सोच लिया था कि परमात्मा पे मैंने सारा कुछ छोड़ दिया था, क्योंकि इधर हो गया ना, फिर मैं वापस नहीं जाऊँगी अमृतसर। तो फिर उस लड़के ने मुझसे पूछा कि क्या करोगे आगे, मतलब कि शादी के बाद। तो मैंने कहा कि मैं सेवा करना चाहती हूँ। तो वो कहते थे वो तो घर गृहस्थी में रह के पॉसिबल नहीं है। फिर मैंने उनको ये भी कहा कि ज़रूरी नहीं है कि हमें बाहर ही जाना पड़े सेवा करने के लिए, हम घर में भी रह के कर सकते हैं। फिर उन्होंने कहा मैं सोच के बताऊँगा। फिर 2 दिन बाद उनका जवाब आया कि नहीं भाई, क्योंकि उनको ये था कि यहाँ पॉसिबल नहीं है हरियाणा में ये सब। अच्छा, तो फिर जी ਉਹ ਰਿਸ਼ਤਾ ਵਿੱਚ ਲਮਕਿਆ ਹੁੰਦਾ? जी नहीं, वो तो ना ही हो जाती वहाँ से। उसके बाद फिर मैं यहाँ अमृतसर आती फिर हूँ। वो रिश्ते भी देखे जाते थोड़े? रिश्तों की बात तो मैंने आपको बताई थी ना कि चलते ही रहते थे। जैसे फिर मेरे लिए और रिश्ते, उसके बाद और रिश्ते, मतलब कि देखे जा रहे थे। क्योंकि मैं सबसे बड़ी थी तो मेरी शादी उन्होंने करनी थी उस टाइम। ਤੁਸੀਂ ਇਹਨਾਂ ਨੂੰ ਦੱਸਦੇ ਹੋ ਕਿ ਮੇਰੇ ਲਈ ਰਿਸ਼ਤੇ ਦੇਖੇ ਜਾ ਰਹੇ, ਉਹ ਘਰੇ ਜਾ ਕੇ? हाँ, मैं सारी बातें तो इन्हें नहीं बताती थी। जैसे पिंगलवाड़ा इनके कॉन्टैक्ट्स थे, वहाँ फ्रेंड्स थे, उनको कुछ बताती तो वो इन्हें बता देते थे। ਅੱਛਾ, ਤੇ ਬਾਈ ਜਦੋਂ ਇਹ ਘਰੇ ਜਾਂਦੇ ਆ ਤੁਹਾਨੂੰ ਇਹ ਕਹਿ ਦਿੰਦੇ ਆ ਕਿ ਆਪਣਾ ਵਿਆਹ ਤਾਂ ਨਹੀਂ ਹੋਣਾ, ਹਨਾ? ਇਹ ਘਰੇ ਚਲੇ ਜਾਂਦੇ ਆ, ਤੁਹਾਨੂੰ ਇਹ ਪਤਾ ਲੱਗਦਾ ਕਿ ਇਹਨਾਂ ਦੇ ਘਰੇ ਰਿਸ਼ਤਿਆਂ ਦੀ ਗੱਲ ਚੱਲ ਰਹੀ ਆ? ਇਹ ਚੀਜ਼ ਪਤਾ ਲੱਗਦੀ, ਡਾਊਟ ਹੁੰਦਾ ਮੈਨੂੰ। ਤੇ ਫਿਰ ਜਦੋਂ ਇਹਨੇ ਕਿਸੇ ਦੇ ਨਾਲ ਗੱਲ ਕੀਤੀ, ਇੱਥੇ ਆਰਪੀ ਸਰ ਹੈਗੇ ਨੇ, ਉਹਨਾਂ ਨੇ ਦੱਸਿਆ ਸੀ ਪਿੰਗਲਵਾੜੇ ਵੀ, ਇੱਦਾਂ ਉਹਦੇ ਨਾਲ ਕੋਈ ਫਾਇਦਾ ਨਹੀਂ ਉੱਥੇ, ਨਾ ਉਹਨਾਂ ਨੇ ਮੰਨਣਾ ਹੈ। ਤੇ ਉਹਨਾਂ ਨੇ ਉੱਥੇ ਹੀ ਮਤਲਬ ਵਿਆਹ ਦੀ ਗੱਲ ਚੱਲਦੀ ਪਈ। ਜਦੋਂ ਇਹ 10-15 ਦਿਨਾਂ ਬਾਅਦ ਵਾਪਸੀ ਆਉਂਦੇ ਆ, ਤੇ ਫਿਰ ਮੈਨੂੰ ਇਹ ਲੱਗਦਾ ਕਿ ਇਹ ਨਾ ਹੋਵੇ ਕਿ ਉੱਥੇ ਹੋਰ ਗੜਬੜ ਚੱਲਦੀ ਹੋਵੇ, ਕਿ ਪੱਕਾ ਕਰਕੇ ਹੀ ਆਉਣ, ਇਹ ਨਾ ਹੋਵੇ। ਇਸ ਕਰਕੇ ਜਦੋਂ ਆਈ ਮੈਂ ਸੋਚਿਆ ਕਿ ਐਤਕੀ ਜਦੋਂ ਇੱਥੇ ਆਏ ਤੇ ਆਪਾਂ ਐਤਕੀ ਵਿਆਹ ਦਾ ਪਹਿਲੇ ਹੀ ਤਿਆਰੀ ਕਰਕੇ ਰੱਖੀ ਸੀ ਕਿ ਮੈਂ ਜੇ ਐਤਕੀ ਹੋ ਗਈ ਤੇ ਆਪਾਂ ਉਸ ਵੇਲੇ ਕਰ ਲੈਣਾ। ਤੇ ਕਿਉਂਕਿ ਉੱਦਾਂ ਮੈਂਟਲੀ ਤੇ ਪ੍ਰਿਪੇਅਰ ਸੀਗਾ ਕਿ ਠੀਕ ਆ, ਪਰ ਦਾ ਡਰ ਇੰਨਾ ਸੀਗਾ ਕਿ ਨਹੀਂ, ਘਰਦਿਆਂ ਨਾਲ ਇਹ ਮੈਂ ਘਰਦਿਆਂ ਦੇ ਨਾਲ ਹੀ ਮਤਲਬ ਨਾ ਉਹਨਾਂ ਨੂੰ ਮਨਾ ਵੀ ਨਹੀਂ ਕਰ ਸਕਦੀ, ਕਿਉਂਕਿ ਦਿੱਲੀ ਇਹੋ ਜਿਹਾ ਸਿਸਟਮ, ਨਾ ਉੱਧਰ ਮਨਾ ਕਰ ਸਕਦੀ, ਨਾ ਮੈਨੂੰ ਮਨਾ ਕਰ ਸਕਦੀ, ਨਾ ਇੱਥੋਂ ਮੇਰੇ ਤੋਂ ਬਗੈਰ ਰਹਿ ਸਕਦੀ, ਨਾ ਉੱਧਰ
ਉਹਨਾਂ ਦੀ ਗੱਲ ਨੂੰ ਮਨਾ ਕਰ ਸਕਦੇ, ਕਿਉਂਕਿ ਗੱਲ ਨਹੀਂ ਨਾ ਕਰ ਪਾ ਰਹੇ। ਜਾਂ ਤੇ ਮਾਪਿਓ ਗੱਲ ਕਰਨ, ਮਾਪਿਓ ਦੇ ਨਾਲ ਮਾਹੌਲ ਹੀ ਇਦਾਂ ਦਾ ਬਣਿਆ होवे कि बच्चा गल कर सके, वो गल ही नहीं, जो गल वैसे ही तो नहीं उन्होंने कभी भी किसी चीज के लिए नहीं मना किया। नानी के घर रही उन्होंने भी हमेशा हर चीज, मामा सभी बहुत प्यार करते थे, किसी चीज के लिए कोई मनाही नहीं थी। और वो जो मैं बताया ना कि बस बात इतना मेरा खुला स्वभाव नहीं था कि कोई मैं बात कर ही नहीं पाती थी। अब तो शादी के बाद बहुत इन्होंने मुझे मतलब कि हिम्मत दे दे कि इनकी सिस्टर ने और सभी ने, मैं बड़ा बोलती हूँ, पर पहले नहीं ऐसा सिस्टम था, बड़ा डरती थी। ਇਹ ਘਰ ਤੋਂ ਆਉਂਦੇ ਆ ਵਾਪਸ ਇੱਥੇ ਦੁਬਾਰੇ, ਹਾਂਜੀ ਸਾਰਾ ਕੁਝ ਛੱਡ ਛੜਾ ਕੇ, ਹਾਂਜੀ ਤੇ ਫਿਰ ਉਹ ਵਕਤ ਮੌਕਾ ਕੀ ਹੁੰਦਾ? ਹਾਂਜੀ ਮੈਨੂੰ ਹਿੰਟ ਤੇ ਹੁੰਦੇ ਆ, ਮਤਲਬ ਮਾੜਾ ਮੋਟਾ ਤੇ ਪਤਾ ਹੁੰਦਾ ਹੈ ਕਿ ਇਦਾਂ ਗੱਲਬਾਤ ਚੱਲਦੀ ਵੀ, ਤੇ ਹੁਣ ਇਸ ਵੇਲੇ ਜੋਰਾਂ ਸ਼ੋਰਾਂ ਦੇ ਨਾਲ ਚੱਲਦੀ ਪਈ। ਤੇ ਜਦੋਂ ਇਹ ਉਧਰੋਂ ਹਰਿਆਣੇ ਤੋਂ ਆਏ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਆ ਗਈ ਆ ਜੀ, ਤੇ ਆਪਾਂ ਨਾ ਮਤਲਬ ਮਿਲਣ ਵਾਸਤੇ ਤੇ ਤੁਸੀਂ ਇੱਥੇ ਆ ਜਾਓ। ਤੇ ਮੈਂ ਵੈਸੇ ਮੈਂ ਇਹ ਕਹਿੰਦੀ ਮੈਂ ਸਿਰਫ ਮਿਲਣ ਵਾਸਤੇ ਆਈ ਹਾਂ, ਤੇ ਦੁਬਾਰਾ ਫਿਰ ਮੈਂ ਇਹਨਾਂ ਨਾਲ 2-4 ਦਿਨਾਂ ਬਾਅਦ ਚਲੇ ਜਾਣਾ, ਇਹਨਾਂ ਨੇ ਚਲੇ ਜਾਣਾ ਸੀਗਾ। ਤੇ ਮੈਂ ਫੇਸ ਦੇਖਦੇ ਹੀ ਉਦੋਂ ਆਪਾਂ ਇੱਥੇ ਬੱਸ ਸਟੈਂਡ ਤੇ ਜਦੋਂ ਮਿਲੇ ਤੇ ਫੇਸ ਦੇਖਦੇ ਸਮਝ ਗਿਆ ਕਿ ਕੰਡੀਸ਼ਨ ਜਿਹੜੀ ਹੈ ਨਾ ਉਹ ਸਰਗਰਮ ਹੋਈ ਪਈ ਉਧਰ। ਤੇ ਲੱਗਦਾ ਹੈ ਹੁਣ ਐਦਾਂ ਮੈਨੂੰ ਐਂ ਲੱਗਿਆ ਜਿਵੇਂ ਆਖਰੀ ਵਾਰੀ ਮੁਲਾਕਾਤ ਹੋ ਰਹੀ। ਮੈਂ ਉਹ ਪਹਿਲੇ ਹੀ ਪ੍ਰਿਪੇਅਰ ਹੋ ਕੇ ਬੈਠਾ ਸੀਗਾ ਕਿ ਜੇ ਇਦਾਂ ਦਾ ਕੋਈ ਸੀਨ ਹੋਇਆ ਜਦੋਂ ਵੀ ਆਪਾਂ ਦੋਨੇ ਮਿਲੇ ਤੇ ਵਾਪਸ ਨਹੀਂ ਜਾਣਾ, ਕਿਉਂਕਿ ਮੈਨੂੰ ਪਤਾ ਸੀ ਜੇ ਵਾਪਸ ਗਈ ਤੇ ਫਿਰ ਨਹੀਂ ਮਿਲਣਾ ਆਪਾਂ। ਤੇ ਫਿਰ ਉਸ ਵੇਲੇ ਮਤਲਬ ਰੱਬ ਵੱਲੋਂ ਜਦੋਂ ਮੇਰੇ ਘਰ ਦੇ ਸਪੋਰਟਿਵ ਸੀਗੇ, ਪਾਪਾ, ਛੋਟਾ ਬ੍ਰਦਰ ਜਾਂ ਘਰ ਦੇ ਸਾਰੇ ਸਮਝ ਲਓ ਕਿ ਸਾਰੇ ਪੂਰੀ ਸਪੋਰਟ 'ਚ ਸੀਗੇ। ਤੇ ਉਹਨਾਂ ਨੇ ਫਿਰ ਜੋ ਵੀ ਜਿੱਦਾਂ ਵੀ ਸਾਡਾ ਹੋਇਆ ਆਪਾਂ ਪਤਾ ਕੀਤਾ ਤੇ ਇੱਥੇ ਅਰੇਂਜਮੈਂਟ ਨਹੀਂ ਹੋਈ। ਹਾਂਜੀ ਫਿਰ ਜਿਸ ਵੇਲੇ ਮਤਲਬ ਆਪਣੀ ਇੱਥੇ ਮੁਲਾਕਾਤ ਹੋਈ ਤੇ ਉਸ ਵੇਲੇ ਹੀ ਮੈਂ ਇਹਨਾਂ ਨੂੰ ਕਹਿਤਾ ਕੰਡੀਸ਼ਨ ਦੇ ਕੇ ਕਿ ਅੱਜ ਸਾਡੀ ਜਿਹੜੀ ਆ ਉਹ ਵਿਆਹ ਵਾ, ਅੱਜ ਆਪਾਂ ਵਿਆਹ ਕਰਾਉਣਾ। ਤੇ ਇਹ ਐਟ ਏ ਟਾਈਮ ਤੇ ਨਾ ਕਰਤੀ ਕਿ ਨਹੀਂ ਇਹ ਤੇ ਇੱਕੋ ਦਮ ਮੈਂ ਕਿੱਦਾਂ ਵਾ ਜਾਂ ਇੱਦਾਂ। ਮੈਂ ਫਿਰ ਸਮਝਾਇਆ ਕਿ ਅੱਗੇ ਵਾਹਵਾ ਚਿਰ ਆਪਾਂ ਟਾਈਮ ਵੇਸਟ ਕਰ ਲਿਆ, ਜੇ ਹੁਣ ਵੀ ਇਹ ਮੌਕਾ ਛੱਡਤਾ ਤੇ ਦੁਬਾਰਾ ਆਪਾਂ ਦੋਨਾਂ ਨੇ ਪਛਤਾਉਣਾ। ਇਹ ਤੇ ਨਹੀਂ ਹੈਗਾ ਕਿ ਮਤਲਬ 100% ਨਾ ਆ ਜੀ ਨਹੀਂ ਕਰਾਉਣਾ ਜਾਂ ਤੇ ਨਾ ਕਰ ਦੋ, ਤੇ ਜੇ ਹਾਂ ਆ ਤੇ ਫਿਰ 100%। ਮਤਲਬ ਇਹ ਹਮੇਸ਼ਾ ਇਹਨਾਂ ਦੇ ਨਾਲ ਇਹ ਪ੍ਰੋਬਲਮ ਰਹੀ ਆ ਕਿ ਨਾ 100% ਇੱਧਰ ਕਹਿਣਾ ਨਾ ਹਾਂ ਜਾਂ ਨਾ। ਇਸ ਕਰਕੇ ਉਸ ਐਟ ਏ ਟਾਈਮ ਜਿਹੜਾ ਨਾ ਉਹ ਗੱਲ ਇਹ ਹੋਈ ਕਿ ਠੀਕ ਹੈ ਜੀ ਹੁਣ ਕਰਾਉਣਾ। ਮੈਂ ਵੀ ਥੋੜਾ ਕੀਤਾ ਫੋਰਸ ਕਿ ਨਹੀਂ ਆਪਾਂ ਅੱਜ ਕਰਾ ਲਈਏ, ਨਹੀਂ ਤੇ ਔਖੇ ਹੋਣਾ। ਫਿਰ ਮੰਨ ਗਏ ਠੀਕ ਹੈ ਯਾਰ ਅੱਜ ਹੀ, ਨਹੀਂ ਤੇ ਬਾਅਦ 'ਚ ਦਿੱਕਤ ਹੋਏਗੀ। ਫਿਰ ਐਟ ਏ ਟਾਈਮ ਜਿਹੜਾ ਪਤਾ ਕੀਤਾ ਇੱਥੇ ਅਰੇਂਜਮੈਂਟ ਨਹੀਂ ਹੋਈ ਲੋਕਲ ਅੰਮ੍ਰਿਤਸਰ। ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਹਾਈ ਕੋਰਟ ਜਿਹੜੀ ਆ ਉਹ ਅਗਰ ਉੱਥੇ ਕੋਰਟ ਮੈਰਿਜ ਹੋ ਜਾਂਦੀ ਹੈ ਤੇ ਫਿਰ ਉਹ ਇੱਕ ਪੱਕਾ ਸੋਲੂਸ਼ਨ ਹੋ ਜਾਂਦਾ। ਉੱਥੇ ਗਏ ਆਪਾਂ, ਉੱਥੇ ਵੀ ਦਿੱਕਤਾਂ ਆਈਆਂ, ਲੇਕਿਨ ਸਾਰਾ ਜਿਹੜਾ ਉੱਥੇ ਸਾਡੀ ਕੋਰਟ ਮੈਰਿਜ ਹੋ ਗਈ। ਸਾਨੂੰ 2-3 ਦਿਨ ਲੱਗੇ ਉੱਥੇ, ਕੋਰਟ ਮੈਰਿਜ ਹੋ ਗਈ। ਫਿਰ ਉਸ ਤੋਂ ਬਾਅਦ ਸਾਰੀ ਦਿੱਕਤ ਸ਼ੁਰੂ ਹੁੰਦੀ ਹੈ ਕਿ ਕੋਰਟ ਮੈਰਿਜ ਦੇ ਵਿੱਚ ਉਹਨਾਂ ਨੇ ਇੱਕ ਲੈਟਰ ਭੇਜਣਾ ਹੁੰਦਾ ਜਿਹੜਾ ਮਤਲਬ ਵਕੀਲ ਵੱਲੋਂ ਕਿ ਜਿਹੜਾ ਮਾਪਿਆਂ ਨੂੰ ਸੰਦੇਸ਼ ਦੇ ਦੇਵੇ ਕਿ ਕੁੜੀ ਨੇ ਵਿਆਹ ਹੋ ਗਿਆ। ਉਹ ਮੇਰੇ ਕੋਲ ਗਲਤੀ ਇਹ ਹੋਈ ਕਿ ਉਸ ਵੇਲੇ ਆਪਾਂ ਇਹਨਾਂ ਨੇ ਮਨਾ ਕੀਤਾ ਕਿ ਨਹੀਂ ਉਹ ਲੈਟਰ ਨਹੀਂ ਦੇਣੀ, ਦੱਸਣਾ ਨਹੀਂ ਉਹਨਾਂ ਨੂੰ, ਐਡਰੈਸ ਗਲਤ ਲਗਾ ਦਿੱਤਾ। ਮੈਨੂੰ ਤਾਂ ਦੱਸਤਾ ਸੀ ਲੇਕਿन मैं वकील ਨੂੰ ਨਹੀਂ ਦੱਸਿਆ, क्योंकि मेरा जब मैं रोती रहती थी 24 घंटे की, अब मैंने करा तो लिया है, फिर उनका ख्याल आता था। ਘਰਦਿਆਂ ਨੂੰ ਪਤਾ ਕੁਝ ਵੀ ਨਹੀਂ ਪਤਾ ਹੁੰਦਾ? ਘਰਦਿਆਂ ਨੂੰ ਨਹੀਂ, ਘਰਦਿਆਂ ਨੂੰ ਹੈਗਾ ਸੀ ਕਿ ਕੁੜੀ ਘਰੋਂ ਚਲੇਗੀ ਵਾਪਸ क्यों नहीं आई। ये नहीं था हमें कि शादी करा के बड़े खुश हैं, हमें फिक्र उधर ही थी, पर ये था कि हम बताएं कैसे, ये नहीं समझ आ रहा था। मैं इन्हें ये कह रहे थे बता देता हूँ, मैं इन्हें बता जो टाइम टपदा रहा वो परेशानी ਵੱਧਦੀ ਗਈ। ਮਤਲਬ ਉਹ ਲੈਟਰ ਉਹਨਾਂ ਕੋਲੇ ਗਿਆ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਵਿਆਹ ਹੋ ਗਿਆ ਨਾ। ਉਹ ਇੱਕ ਲੈਟਰ ਸਾਨੂੰ ਦੇਣਾ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਦੇ ਕੇ ਆਓ ਕਮਿਸ਼ਨਰ ਨੂੰ, ਇੱਕ ਲੈਟਰ ਉਹਨਾਂ ਨੇ ਪੋਸਟ ਕਰਨਾ ਹੁੰਦਾ। ਉਹ ਇਹਨਾਂ ਨੇ ਗਲਤ ਐਡਰੈਸ ਦੇ ਦਿੱਤਾ। ਫਿਰ ਇੱਕ ਲੈਟਰ ਜਿਹੜਾ ਆਪਾਂ ਦੇਣਾ ਸੀਗਾ 19 ਚ ਨੂੰ ਆਪਾਂ ਇੱਥੇ ਜਦੋਂ ਆ ਗਏ, ਉਹ 19 ਚ ਹਲੇ ਜਦੋਂ ਹਰਿਆਣੇ ਚ ਹੀ ਸੀਗੇ ਨਾ, ਉਹ ਮੈਨੂੰ ਫੋਨ ਕਰਦੇ ਸੀ ਕਿ ਤੇਰੇ ਨਾਲ ਮਤਲਬ ਸੀ ਕੀ ਗੱਲਬਾਤ, ਤੈਨੂੰ ਕੋਲ ਤੇ ਨਹੀਂ ਆਈ, ਤੇਰੇ ਕੋਲ ਕੰਟੈਕਟ ਤੇ ਨਹੀਂ ਆਇਆ। ਮੈਂ ਉਹਨਾਂ ਨੂੰ ਨਾ ਕਰੀ ਜਾਵਾਂ, ਇਹ ਜਿੱਦਾਂ ਕਹਿਣ ਆਪਾਂ ਉਦਾਂ ਕਰੀ ਗਏ। ਪਰ ਉਹ ਪ੍ਰੋਬਲਮ ਇਹ ਹੋ ਗਈ ਕਿ ਇਹ ਜਿਹੜਾ ਪ੍ਰੋਸੈਸ ਸੀਗਾ ਨਾ ਇਹ ਬੜਾ ਮਤਲਬ ਦੁਖਦਾਈ ਉਹਨਾਂ ਵਾਸਤੇ ਰਿਹਾ, ਨਾਲੇ ਮੇਰੇ ਵਾਸਤੇ, ਸਾਡੇ ਵਾਸਤੇ ਵੀ ਰਿਹਾ, ਉਹਨਾਂ ਵਾਸਤੇ ਜ਼ਿਆਦਾ ਰਿਹਾ। ਆਪਾਂ ਜਿਹੜਾ ਗੜਬੜ ਕੀਤੀ ਉਹਨਾਂ ਨੂੰ ਦੱਸ ਦਿੰਦੇ, ਮੈਂ ਤੇ ਫਿਰ ਗੱਲ ਮੰਨੀ ਕਿ ਇੱਕ ਦੂਜੇ ਦੀ ਕਿ ਜਿੱਦਾਂ ਵੀ ਵਿਆਹ ਹੋ ਗਿਆ ਇਹਨਾਂ ਦੇ ਘਰ ਦੇ वो मुझे देख देख के डरते रहते थे ना, जैसे मैं 24 घंटे रोती रहती थी। ਤੁਹਾਨੂੰ ਵਿਆਹ ਦੀ ਕੋਈ खुशी नहीं हुई उस वक्त? ना इनको भी नहीं थी, मैं टेंशन ही सीगी, टेंशन मतलब कि करा तो लिया, मैं बताना ਤੇ ਫਿਰ 2-4 ਦਿਨ ਦੇ ਵਿੱਚ ਉਹ ਖਲੇਰਾ ਸਿਮਟ ਜਾਣਾ। मुझे ये डर था कि पता लग गया तो क्या होगा, मतलब कि उस टाइम समझ नहीं, मतलब कि दिमाग तो सुन हुए होते, कुछ पता इंसान सही डिसीजन नहीं ले पाता। ਵਿਆਹ ਤੋਂ ਬਾਅਦ ਵੀ ਉਹਨਾਂ ਮੈਨੂੰ ਫੋਨ ਕਰਿਆ, ਇਹਨਾਂ ਦੀ ਛੋਟੀ ਸਿਸਟਰ ਨੇ ਕਿ ਮਤਲਬ ਤੁਹਾਡੇ ਕੋਲ ਨਹੀਂ ਆਈ, ਆਪਾਂ ਆ ਰਹੇ ਆ। ਫਿਰ ਮੈਂ ਫੋਨ ਕਰਵਾ ਦਿੱਤਾ ਕਿ ਇੱਕ ਵਾਰੀ ਸੁਨੇਹਾ ਦੇ ਦੇ।
ਪਟਿਆਲੇ ਦੇ ਲਾਗੇ मैंने ਕੋਈ फोन भी ਸੀਗਾ कर दिया कि मैं ठीक हूँ। ਉਹਨਾਂ ਨੇ ਟਰੈਕ ਕੀਤਾ ਕਿ ਪਟਿਆਲੇ ਤੋਂ ਆਇਆ, ਫਿਰ ਆਪਾਂ ਸਪੈਸ਼ਲ ਪਟਿਆਲੇ ਗਏ। नहीं ये चंडीगढ़ से आ ਹਾਂ रहे थे, ਪਟਿਆਲੇ रास्ते में ਆਪਾਂ पटियाले ਗਏ में थे। ਉਧਰ ਸਪੈਸ਼ਲ ਉਹਨਾਂ ਨੂੰ ਮਿਲਣ ਵਾਸਤੇ। ਇਹ ਉਹਨਾਂ ਦੇ ਨਾਲ ਮੈਂ ਲੱਭਦਾ ਰਿਹਾ ਇਹਨਾਂ ਨੂੰ। ਅੱਛਾ, ਉਹ ਉਹ ਤੁਹਾਡੀ ਜਿਹੜੀ- ਜਾਣ ਪਛਾਣ ਕਿਵੇਂ ਹੁੰਦੀ ਆ ਉਹ ਪਰਿਵਾਰ ਨਾਲ? ਮੇਰੀ ਸੀਗੀ वो ਅਣਜਾਣ तो ਸੀਗੀ, अनजान था ना इनका। ਮੇਰੇ ਨਾਲ ਫੋਨ घर ਤੇ पे। ਗੱਲਬਾਤ ਹੁੰਦੀ ਸੀ, 2-4 ਵਾਰੀ ਗਿਆ ਸੀ ਉਹਨਾਂ ਦੇ ਨਾਲ, ਭੈਣ ਦੇ ਨਾਲ ਗੱਲ ਹੁੰਦੀ ਸੀਗੀ, ਗੱਲਬਾਤ ਤੇ ਸੀਗੀ। बस ਇਹ ਸੀਗਾ ये ਉਹਨਾਂ मेरे ਪਤਾ कहने से चले गए। मैंने कहा कि 1 घंटा उन्होंने आना है। ये मुझे ये हो रहा था कि क्योंकि मैं तो खुद 21 साल की तो मैं थी, और आपको पता सारी उम्र गुजर जाती तब तक इंसान को समझ नहीं आती है। हम कहने को तो हमें पता होता कि अब बड़े हो गए हैं, समझ होगी, पर समझ सारी उम्र ही नहीं आती इंसान को। ਅੱਛਾ, ਤੇ ਫਿਰ ਤੁਸੀਂ ਉਹਨਾਂ ਨਾਲ ਹੀ ਲੱਭਦੇ ਰਹਿੰਦੇ ਹੋ ਇਹਨਾਂ ਨੂੰ? ਲੱਭਦੇ ਰਹੇ, ਉਹਨੂੰ ਜਿੱਦਾਂ ਮੈਨੂੰ ਸਮਝਾਇਆ ਮੈਂ ਉਦਾਂ ਕਰਦਾ हाँ 2 घंटे ही उनके साथ रहे। ਮੈਨੂੰ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਨਾ ਉਹਨਾਂ ਨੂੰ ਜਾ ਕੇ ਸਮਝਾ ਦਿਓ, ਥੋੜਾ ਹੌਸਲਾ ਦੇ ਦਿਓ ਕਿ ਕੋਈ ਨਹੀਂ ਆ ਜੂਗੀ, ਮੈਂ ਕੋਸ਼ਿਸ਼ ਕਰਦਾ ਪਿਆ, ਮੈਂ ਮਤਲਬ ਆਪਣੇ ਤੌਰ ਤੇ ਮੈਂ ਕੋਸ਼ਿਸ਼ ਕਰਦਾ ਪਿਆ। ਤੇ ਪਰ ਉੱਥੇ ਜਾ ਕੇ ਉਹਨਾਂ ਨੇ ਵੀ ਵਾਵਾ ਇੱਧਰ ਉੱਧਰ, ਜਦੋਂ ਫਿਰ ਉਹ ਮੈਨੂੰ ਵੀ ਧਮਕਾਉਣ ਲੱਗ ਪਏ ਕਿ ਜੇ ਹੈਗਾ ਤੇ ਦੱਸ ਦੇ, ਤੈਨੂੰ ਕੁਝ ਪਤਾ ਹੈ ਤੇ ਦੱਸ ਦੇ। ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਯਾਰ, ਤੁਸੀਂ ਆਪੇ ਪਤਾ ਕਰ ਲਓ। ਫਿਰ ਮੈਂ ਵੀ ਇਰੀਟੇਟ ਹੋ ਕੇ ਮੈਂ ਅੱਡ ਆ ਗਿਆ, ਉਹ ਅੱਡ ਚਲੇ ਗਏ। ਉਹ ਬਹੁਤ ਉਸ ਚੀਜ਼ ਤੋਂ ਇਰੀਟੇਟ ਹੋਏ, ਖਿਜੇ, ਤੇ ਜੇ ਗੱਲ ਤੇ ਉਹ ਹੱਲੇ ਤੱਕ ਮੈਨੂੰ ਦੁੱਖਿਆ ਕਿ ਆਪਾਂ ਉਹਨਾਂ ਨੂੰ ਉਹ ਜਿਹੜਾ ਪਰੇਸ਼ਾਨ ਕੀਤਾ ਨਾ, ਉਹ ਗਲਤ ਨਿਆਣਪੁਣਾ ਸੀ ਤੁਹਾਡਾ, ਹਨਾ? ਨਿਆਣਪੁਣਾ ਸੀ, ਸਮਝ ਲਓ, ਜਾਂ ਸਮਝ ਇੱਕ ਲਓ ਡਰ ਡਰ ਬਹੁਤ ਜ਼ਿਆਦਾ ਡਰ ਸੀ। ਬਹੁਤ ਡਰ ਜ਼ਿਆਦਾ ਸੀ, ਇਹਨਾਂ ਦਾ ਡਰ ਬਹੁਤ ਜ਼ਿਆਦਾ ਸੀ। ਸੀਗਾ। ਤੇ ਫਿਰ ਇਹ ਗੱਲ ਤਾਂ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਕਿ ਸਾਡੀ ਕੁੜੀ ਨੇ ਵਿਆਹ ਕਰਾ ਲਿਆ, ਕਿ ਕੁੜੀ 1 ਦਿਨ ਨਾ ਘਰੇ ਆਵੇ, 2 ਦਿਨ ਨਾ ਘਰੇ ਆਵੇ, ਸਰ ਜਾਂਦਾ? ਪਰ ਜਦੋਂ 5-7 ਦਿਨ ਬੀਤ ਗਏ ਨਾ, ਫੋਨ ਤੇ ਕਰਵਾਤੇ ਹੀ 2-3 ਵਾਰੀ, ਉਹਨਾਂ ਨੂੰ ਪਤਾ ਤੇ ਲੱਗ ਗਿਆ ਕਿ ਠੀਕ ਹੈ ਜਿੱਥੇ ਵੀ ਹੈਗੀ, ਪਰ ਦੱਸੇ ਤੇ ਸਹੀ ਕਿੱਥੇ ਹੈਗੀ ਹੈ। उनको ये था कि हमें मिलना है। ਮਿਲਣਾ ਹੈ। फोन मैंने कर दिया था कि मैं ठीक हूँ जहाँ भी हूँ, ये नहीं बताया था कि शादी कर ली। ਫਿਰ ਸਾਰੀ ਪ੍ਰੋਬਲਮ ਸਾਡੇ ਡਰ ਤੋਂ ਸ਼ੁਰੂ ਹੋਈ ਕਿ ਆਪਾਂ ਡਰਦੇ ਰਹੇ ਕਿ ਦੱਸ ਦਈਏ। ਫਿਰ ਫਿਰ ਜਦੋਂ ਹਫਤਾ ਕੁ ਬੀਤ ਗਿਆ, ਆਪਾਂ ਸੋਚਿਆ ਕਿ ਹੁਣ ਤੇ ਲੈਟਰ ਦੇ ਆਈਏ ਤਾਂ ਕਿ ਉਹਨਾਂ ਨੂੰ ਸੰਦੇਸ਼ ਪਹੁੰਚ ਜਾਵੇ ਕਿ ਵਿਆਹ ਹੋ ਗਿਆ ਜਾਂ ਠੀਕ ਠਾਕ ਆ। ਹਾਂ, ਹਾਂ। ਲੈਟਰ ਦੇਣਗੇ, ਇੰਨੇ ਦੇ ਵਿੱਚ ਹੀ ਰਾਤ ਨੂੰ ਫੋਨ ਆ ਗਿਆ ਸੀ ਸਿਸਟਰ ਇਨੀ ਦਾ, ਛੋਟੀ ਦਾ, ਕਿ ਤੁਸੀਂ ਇੱਕ ਵਾਰੀ ਮਿਲ ਲਓ। ਇਹਨੇ ਦੱਸਤਾ ਕਿ ਠੀਕ ਹੈ ਮੈਂ ਮੁਝੇ ਵਿਆਹ ਕਿਆ- ਕਰਾ ਲਿਆ ਵਾ, ਪਰ ਉਹ ਕਹਿੰਦੀ ਬਸ ਇੱਕ ਵਾਰੀ ਮਿਲ ਲਾ ਯਾਰ। क्योंकि ਸਾਨੂੰ। उसको था कि बुआ का लड़का यहाँ आया, फिर सारे कहीं ਹਾਂ मेरी ਆਪਾਂ बात ਮਤਲਬ फैल ਪਰੇਸ਼ਾਨ जानी ਹੁੰਦੇ है। ਰਵਾਂਗੇ, ਇਸ ਕਰਕੇ ਭੂਆ ਦੇ ਮੁੰਡੇ ਦੇ ਨਾਲ ਦਰਬਾਰ ਸਾਹਿਬ ਆ ਗਈ। ਇਹ ਕਹਿੰਦੀ ਕਿ ਆਪਾਂ ਜਾਣ ਤੋਂ ਪਹਿਲੇ ਨਾ, ਲੈਟਰ ਦੇਣ ਤੋਂ ਪਹਿਲੇ ਮਿਲਦੇ ਜਾਈਏ। ਕਮਿਸ਼ਨਰ ਨੂੰ ਲੈਟਰ ਦੇਣ ਤੋਂ? ਕਮਿਸ਼ਨਰ ਨੂੰ ਲੈਟਰ ਦੇਣ ਗਏ ਸੀ। ਸਾਰੇ ਡਾਕੂਮੈਂਟ ਮੇਰੇ ਕੋਲ ਸੀਗੇ ਉਸ ਵੇਲੇ, ਆਪਣਾ ਮਤਲਬ ਬੈਗ ਦੇ ਵਿੱਚ ਆਪਾਂ ਸਾਰਾ ਸਮਾਨ ਲੈ ਕੇ ਦਿਖਾਣ ਗਏ ਸੀ ਉੱਥੇ ਕਿ ਜੋ ਵੀ ਸਾਨੂੰ। ਤੇ ਉਹ ਉਸ ਤੋਂ ਪਹਿਲੇ ਜਿਹੜਾ ਮਿਲਣ ਗਏ, ਉਹੀ ਮਤਲਬ ਜੋ ਰੱਬ ਦੀ ਉਹ ਕੀ ਮਰਜ਼ੀ ਗੱਲ ਹੋਈ ਸੀ। ਉੱਥੇ? ਉਹ वो ਗੱਲ- मैं मिलने भी ऐसे गई ना कि भैया को शो नहीं करना था, कि क्योंकि ਤੁਹਾਡੀ आपको ਭੈਣ पता ਨੂੰ है, ਪਤਾ भाइयों ਹੁੰਦਾ, का तो डर ਤੁਹਾਡੇ होता ਭਰਾ ही ਦਾ, ਤੁਹਾਡੇ ਭਰਾ ਨੂੰ ਨਹੀਂ ਪਤਾ ਹੁੰਦਾ ਕਿ ਵਿਆਹ ਕਰਾ ਲਿਆ? हाँ ਫੋਨ उनको ਤੇ नहीं ਤੁਸੀਂ पता ਦੱਸਦਾ होता। ਹੁੰਦਾ, ਹਨਾ? हाँ जी हाँ जी, बस सिस्टर को पता होता है हम्म। कि बस वो भी 1 दिन पहले उसे बताया था। ठीक है, तो फिर जब वो भाई आता है, भाई का तो वैसे ही आपको पता है, तो मैं इनसे मिलने भी जाती हूँ तो चूड़ा मैं उतार देती हूँ, इनको उतार के पकड़ा जाती हूँ और मैं उनसे मिलने चली जाती हूँ। उनको तो पता नहीं होता, वो कहते चलो घर। अब मेरी उस टाइम इतने जोगी नहीं होती थी मैं कि ना कर दूँ कि मैंने नहीं जाना, मतलब कि हिम्मत ही नहीं होती थी, क्योंकि शुरू से ही स्वभाव ही ऐसा था मेरा अच्छा, कि नहीं ना नहीं मैं कर सकती। तो ये पीछे थे, देख रहे थे मुझे, मैं फिर भी उनके साथ बैठ के चली गई। इनको गुस्सा तो बड़ा था कि चलेगी, मैं मना कर रहा हूँ, और इनको मैंने मना किया था कि उसके सामने ना आना, भाई के सामने। फिर मैं चली गई। फिर उसके बाद मुझे नहीं पता लगा क्या हो रहा है क्या नहीं, बस मैं चुप करके चली गई। ਫਿਰ ਉੱਥੇ ਜਾ ਕੇ ਕੀ ਹੋਇਆ? ਸਾਰੇ ਪਰਿਵਾਰ 'ਚ ਗੱਲ ਉੱਡੀ ਕਿ ਤੁਸੀਂ ਵਿਆਹ ਕਰਾ ਲਿਆ? नहीं तब नहीं पता लगा कि शादी करा ली है। उसके थोड़ी देर बाद मैंने जैसे बताया अगले दिन ਕਿਹਨੂੰ ਦੱਸਿਆ? कि मैंने शादी करा ली है, घर पे जैसे मामी को बताया, फिर उन्होंने सबको बताया। ਅੱਛਾ, ਤੇ ਫਿਰ ਕੀ ਰਿਐਕਸ਼ਨ ਸੀ ਫੈਮਿਲੀ ਦਾ? फिर आपको पता ही है, वो बड़े दुखी थे सारे। होता ही है जब एकदम से ऐसा मतलब कि शौक लगता है। ਤੁਸੀਂ ਉਹਨਾਂ ਨੂੰ ਇਹ ਗੱਲ ਦੱਸਦੇ ਹੋ ਜਦੋਂ ਘਰੇ ਵਗ ਜਾਂਦੇ ਹੋ ਕਿ ਮੁੰਡਾ ਸਰਦਾਰ ਆ, ਮੁੰਡਾ ਆ नहीं, ਰਿਲੀਜਨ ਤੋਂ बस ਆ मैंने ਕਾਸਟ इनका नाम ही बताया, उनको पता ही था बाकी सारा कुछ तो, ਅੱਛਾ, कि ਉਹਨਾਂ हाँ उनसे शादी करा ली है। बस ਅੱਛਾ, यही बताया। ਪਹਿਲਾਂ ਜਾਣ ਪਛਾਣ ਇਹਨਾਂ ਦੀ ਹਾਂ, ਹੈਗੀ ਸੀ ਹਾਂ, ਤੁਹਾਡੇ ਹਾਂ। ਨਾਲ? ਜਦੋਂ ਤੁਸੀਂ ਘਰੇ ਜਾਂਦੇ ਹੋ ਉਸ ਵਕਤ ਤੁਹਾਡਾ ਭਰਾ ਤੇ ਤੁਹਾਡੀ ਭੈਣ ਤੁਹਾਨੂੰ ਲੈ ਜਾਂਦੀ ਆ, ਜੀ। ਇਹ ਵਿਚਾਰੇ ਦੇਖਦੇ ਰਹਿ ਜਾਂਦੇ ਹਨਾ ਕਿ ਕੁੜੀ ਤਾਂ ਗਈ ਹੱਥੋਂ। ਜੀ। ਉਹ ਵਕਤ ਗੁੱਸਾ ਨਹੀਂ ਆਉਂਦਾ ਹੈਗਾ ਕਿ ਬਾਈ ਅਸੀਂ ਤਾਂ ਕੰਮ ਹੋਰ ਚੱਲੇ ਸੀ, ਇਹ ਤਾਂ ਹਲੇ ਤਾਂ ਸਾਡਾ ਵਿਆਹ ਹੀ ਹੋਇਆ ਹਨਾ, ਇਹ ਲੈ ਵੀ ਗਏ ਇਹਨੂੰ, ਵੀ ਉੱਥੇ ਜਾ ਕੇ ਇਹਦੇ ਨਾਲ ਪਤਾ ਨਹੀਂ ਕੀ ਹੋਵੇ ਕੀ ਨਾ ਹੋਵੇ? ਗੁੱਸਾ ਤੇ ਬੜਾ ਆਉਂਦਾ ਸੀ, ਪਰ ਸਿਸਟਮ ਹੀ ਇਦਾਂ ਦਾ, ਸੁਭਾਅ ਹੀ ਇਦਾਂ ਦਾ ਇਹਨਾਂ ਦਾ ਕਿ ਨਾ ਉਹ ਨਾ ਕਰ ਸਕਦੀ ਹੈ ਨਾ ਹਾਂ ਕਰ ਸਕਦੀ ਹੈ। ਪਰ ਘਰਦਿਆਂ ਦੀ ਟੈਨਸ਼ਨ ਵੀ ਸੀਗੀ। ਠੀਕ ਹੈ, ਵਿਆਹ ਹੋ ਗਿਆ, ਸਾਰਾ ਕੁਝ ਹੋ ਗਿਆ, ਘਰਦਿਆਂ ਦੀ ਇਹ ਟੈਨਸ਼ਨ ਸੀ ਕਿ ਇੱਕ ਵਾਰੀ ਉਹਨਾਂ ਨੂੰ ਦਿਖਾ ਦਾਂ। ਪਰ ਅੱਗੇ ਗੜਬੜ ਇਹ ਹੋਈ ਸਾਡੇ ਕੋਲ, ਮੈਂ ਵੀ ਗੱਲ ਮੰਨਦਾ ਰਿਹਾ। ਅਗਰ ਥੋੜਾ ਉਸ ਵੇਲੇ ਹੋ ਜਾਂਦਾ ਨਾ ਸਟ੍ਰਿਕਟ ਕਿ ਨਹੀਂ ਆਪਾਂ ਲੈਟਰ ਦੇ ਦਈਏ ਤੇ 2-4 ਦਿਨਾਂ 'ਚ ਸਾਰਾ ਕੁਝ ਠੀਕ ਹੋ ਜਾਣਾ ਸੀ। ਲੇਕਿਨ ਉਹੀ ਗੜਬੜ ਹੋ ਗਈ ਜਦੋਂ ਇਹ ਉਧਰ ਚਲੇ ਗਏ। ਫਿਰ ਉਧਰੋਂ ਮੈਨੂੰ ਪਤਾ ਸੀ ਕਿ ਪ੍ਰੈਸ਼ਰ ਬਹੁਤ ਪੈ ਰਿਹਾ। ਇੱਕ ਵਾਰੀ ਬਸ ਫੋਨ ਆਇਆ ਮੈਨੂੰ, ਉਸ ਤੋਂ ਬਾਅਦ ਨਹੀਂ ਫੋਨ ਆਇਆ ਮੈਨੂੰ ਕਿ ਠੀਕ ਹੈ ਮੈਂ ਆ ਜਾਵਾਂਗੀ ਜੀ ਵਾਪਸ।
ਉਸ ਤੋਂ ਬਾਅਦ ਉਹਨਾਂ ਨੇ ਬੜੇ ਤਰੀਕੇ ਨਾਲ ਇਹਨਾਂ ਨੂੰ ਜਦੋਂ ਦੱਸਤਾ ਕਿ ਵਿਆਹ ਹੋ ਗਿਆ, ਫਿਰ ਇਹ ਕਹਿੰਦੇ ਕਿ ਚੱਲ ਤੈਨੂੰ ਛੱਡ ਆਉਂਦੇ ਆ ਵਾਪਸ। ਉਹ ਕਹਿੰਦੇ ਮੈਨੂੰ ਫੋਨ ਕੀਤਾ ਕਿ ਠੀਕ ਆ ਕੇ ਲੈ ਜਾ, ਮੈਨੂੰ ਫੋਨ ਕਰਦਾ ਠੀਕ ਆ ਕੇ ਲੈ ਜਾ। ਹੁਣ ਮੈਨੂੰ ਇੱਕੋਦਮ ਡਾਊਟ ਆਏਗਾ ਕੀ ਹੋ ਗਿਆ, ਜਦੋਂ ਪਹਿਲੇ ਕਹਿ ਰਹੇ ਸੀ ਕਿ ਤੂੰ ਭਾਵੇਂ ਮਰ ਜਾਏ ਉਹਨੂੰ ਭੇਜਣਾ ਨਹੀਂ ਆ, ਹੁਣ ਇਹ ਕਹਿੰਦੇ ਲੈ ਜਾ, ਕੀ ਹੋ ਗਿਆ? ਤੁਹਾਨੂੰ ਇਹ ਸੀ ਵੀ ਤੁਹਾਡੇ ਨਾਲ ਕੁਝ ਫਿਰ ਮੈਂ ਦੁਕਾਨ ਤੇ ਸੀਗਾ, ਪਾਪਾ ਨੂੰ ਕਿਹਾ, ਮੈਂ ਕਿਹਾ, ਉਹ ਕਹਿੰਦੇ ਲੈ ਜਾਓ, ਤੇ ਕਹਿੰਦੇ ਚਲੋ ਫਿਰ 2-4 ਜਣੇ ਨਾਲ ਲੈ ਚਲੋ। ਉਹ ਇੰਨੀ ਚਿਰ ਚ ਜਿੰਨੀ ਚਿਰ ਹੁਣ ਆਪਾਂ ਜਾਣਾ ਸੀ ਟਾਈਮ ਤੇ ਲੱਗਣਾ ਸੀ, 5 ਮਿੰਟਾਂ 'ਚ ਪਹੁੰਚ ਨਹੀਂ ਜਾਣਾ ਸੀ, ਇੱਥੋਂ 10-15 ਮਿੰਟਾਂ ਦਾ 10-15 ਕਿਲੋਮੀਟਰ ਦਾ ਰਾਹ ਹੈਗਾ। ਤੇ ਉਹ ਇੰਨੇ ਚ ਇਹਨੂੰ ਦਿਮਾਗ 'ਚ ਟੌਰਚਰ ਕਰੀ ਗਏ ਕਿ ਦੇਖ ਲਾ ਹੱਲੇ ਵੀ ਨਹੀਂ ਆਇਆ, ਹੱਲੇ ਵੀ ਨਹੀਂ ਆਇਆ। ਬਾਰ-ਬਾਰ ਮੈਨੂੰ ਫੋਨ ਕਰੀ ਜਾਣ, ਮੈਂ ਇਧਰੋਂ ਮੈਂ ਕਿਹਾ ਭਾਜੀ ਆ ਰਹੇ हैं 2 मिनट। तो बीच में उनको होता ना कि दिल में होता है कि ना ही जाए, क्योंकि उनको ये था कि भेज रहे हैं हम क्योंकि कोई सेटल नहीं है लड़का। अच्छा। लड़का मतलब कि उनको वो बार बार बोलते थे कि लड़का इतना सोना भी नहीं है, लड़का कोई अच्छी जॉब भी नहीं करता है, कोई मतलब कि अभी अपना घर भी नहीं है, मतलब कि किस बेस पे भेज दें हम। वो बोलते थे कि ऐसा ना हो कि बहला फुसला के शादी की हो वहाँ जाके बेच दें, क्योंकि एक डर होता है ना, क्योंकि वो यहाँ का कोई सिस्टम पता ही नहीं होता, ना इनको जानते थे बिल्कुल भी। अच्छा। तो बाय फेस बस जानते थे, बाकी इनकी ना फैमिली के बारे में उन्हें कुछ पता, किसी भी चीज़ के बारे में नहीं ਉੱਥੇ पता ਤੁਹਾਨੂੰ ਇਹ ਤਾਨੇ ਮਿਹਣੇ ਵੀ ਮਿਲਦੇ ਆ ਕਿ ਤੂੰ ਪੋਚੇ ਲਾਇਆ ਕਰੇਂਗੀ ਲੋਕਾਂ ਦੇ था। ਘਰ? हाँ, क्योंकि ऑफकोर्स हर फैमिली को ये होता ही है डर की, पता नहीं ना हमने कुछ देखा है, क्योंकि जहाँ शादी खुद करते परिवार वाले सारा कुछ देखते हैं, बाद में भले जो मर्जी कंडीशन रहे, पर जो लव मैरिज होती तब उसमें उनको बिल्कुल भी थोड़ा सा भी यकीन नहीं होता कि कैसे रहेगी, कि तू जाके करेगी क्या वहाँ, क्या खाएगी, पोचे लगाएगी लोगों के घर में जाके। ਇਹਨਾਂ ਕਹਿੰਦੇ ਰਹਿਣਾ ਕਿ ਜੇ ਤੂੰ ਵਿਆਹ ਕਰਾ ਲਿਆ ਕੱਲ ਨੂੰ ਸਾਡੇ ਕੋ ਨਾ ਮਤਲਬ 2-4 ਸਾਲ ਬਾਅਦ ਆ ਜੀ ਬੱਚੇ ਲੈ ਕੇ, ਕਿ ਨਹੀਂ ਜੀ ਉਹਨੇ ਤਾਂ ਮੈਨੂੰ ਛੱਡਤਾ। ਇਹ ਡਰਾਉਂਦੇ ਰਹੇ ਨੂੰ ਇਹ ਵੀ। ਚਲੋ ਭਾਵੇਂ ਜਿੱਦਾਂ ਵੀ ਇੱਕੋ ਗੱਲ ਅਗਰ ਬਾਰ-ਬਾਰ ਕਿਸੇ ਨੂੰ ਕਹੀ ਜਾਵਾਂਗੇ ਉਹਦੇ ਦਿਮਾਗ 'ਚ ਵੈਸੇ ਡਿਪਰੈਸ਼ਨ ਦੇ ਵਿੱਚ ਇੰਨੀ ਟੈਨਸ਼ਨ ਹੋ ਜਾਂਦੀ ਹੈ। ਅੱਛਾ, ਤੁਸੀਂ ਜਦੋਂ ਉੱਥੇ ਜਾ ਕੇ ਗੱਲ ਦੱਸਦੇ ਹੋ ਕਿ ਮੈਂ ਵਿਆਹ ਕਰਾ ਲਿਆ ਜੀ, ਫਿਰ ਉਦੋਂ ਬਾਅਦ ਤੁਹਾਨੂੰ ਤਾਨੇ ਮਿਹਣੇ ਮਿਲਣੇ ਸ਼ੁਰੂ ਹੁੰਦੇ ਆ ਹਨਾ, ਉਸ ਵਕਤ ਤੁਹਾਨੂੰ ਲੱਗਦਾ ਕਿ ਤੁਸੀਂ ਗਲਤੀ ਕਰ ਲਈ ਹੁੰਦੀ ਆ ਬਹੁਤ ਵੱਡੀ? जब हम बार बार मतलब कि जब वो बोलते थे कि देखो उसके पास ये भी नहीं है वो भी नहीं, हम भेज भी दें, शादी तो हमने करनी ही है, भी हम भेज भी देते, कुछ तो हमें दिखाई दे कोई पॉजिटिव चीज़। फिर मतलब कि वो कहते हैं ना कि पंजाबी में बदोबदी, मतलब कि दिमाग में ऐसे आने लगता है कि हाँ ये भी ठीक कह रहे हैं, कि ऐसे लगने लगता है कि ये भी ठीक कह रहे हैं। ਅੱਛਾ, ਫਿਰ ਤੁਹਾਨੂੰ ਭੇਜਦੇ ਆ ਉੱਥੇ ਜਦੋਂ ਇੱਕ ਵਾਰ ਲੈ ਜਾਂਦੇ, ਫਿਰ ਵਾਪਸ ਭੇਜਦੇ ਤੁਹਾਨੂੰ ਇਹਨਾਂ ਕੋਲ? नहीं, फिर नहीं भेजते, फिर ऐसे ही आपस में झगड़े, इनकी फैमिली के हमारी फैमिली के फ़ोन पे, यहाँ केस, हरियाणा केस, चंडीगढ़ केस से, बस ऐसे ही 1.5 साल ऐसे ही निकल गया। उनको भी बड़ी मतलब कि हरासमेंट हुई? हाँ, इनकी फैमिली को भी, और बीच में मैं हूँ, मुझ पे तो सारी तरफ से ब्लेम लगने थे, उधर से भी, और इनको भी बोलने वाले बड़े थे कि लड़की छोड़ के चली गई, अभी छोड़ के चली गई तो अभी क्यों पीछे पीछे घूम रहे हो, बाद में छोड़ देगी। ਅੱਛਾ, ਤੁਸੀਂ ਵਿਆਹ ਕਰਾ ਲੈਂਦੇ ਹੋ जी ਵਿਆਹ 1 ਹਫ਼ਤਾ ਤੱਕ ਇਕੱਠੇ ਰਹਿੰਦੇ ਹੋ, हाँ जी। ਇਕੱਠਾ ਹੋਣ ਤੋਂ ਬਾਅਦ 1.5 ਸਾਲ ਤੱਕ ਮਿਲਦੀ ਹੈ ਨਹੀਂ ਇੱਕ ਦੂਜੇ नहीं ਨੂੰ? नहीं ना, कोई बात भी ਇੱਕਦਮ नहीं, ਅਟੈਚਮੈਂਟ, ਬਿਲਕੁਲ ਇੱਕਦਮ ਲਿੰਕ ਟੁੱਟ क्योंकि मैं हरियाणा चली जाती हूँ ना यहाँ से। ਉਹ ਤੁਹਾਨੂੰ ਭੇਜਦੇ ਹਣੀ ਇੱਥੇ? नहीं वो ਬਾਈ ਕਿਵੇਂ ਲੱਗਦਾ ਕਿ ਵਿਆਹ ਵੀ ਹੋਇਆ ਵਿਆਹ ਨਾ ਹੋਇਆ ਵਰਗਾ ਹੋ ਗਿਆ? 1 ਹਫ਼ਤਾ ਅਸੀਂ ਇਕੱਠੇ ਰਹੇ, ਇਹਨਾਂ ਦੇ ਭੈਣ ਭਰਾ ਲੈ ਜਾਂਦੇ ਆ ਹਰਿਆਣੇ, ਤਾਂ ਉਦੋਂ ਬਾਅਦ 1.5 ਸਾਲ ਤੱਕ ਤੁਹਾਡੇ ਨਾਲ ਕੋਈ ਕਨੈਕਸ਼ਨ ਨਹੀਂ, ਤੁਹਾਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਹਨਾ, ਤੁਹਾਡੇ 'ਚ ਡਿਫਰੈਂਸ ਪਾਏ ਜਾਂਦੇ ਆ ਹਨਾ, ਉਹ ਚੀਜ਼ ਦਾ ਅਹਿਸਾਸ ਕਿਵੇਂ ਦਾ ਰਹਿੰਦਾ ਤੁਹਾਡਾ? ਬੜਾ ਅਜੀਬ ਜਿਹਾ ਅਹਿਸਾਸ, ਬੜਾ ਖਤਰਨਾਕ, ਬੜਾ ਭੈੜਾ ਅਹਿਸਾਸ वो मतलब कि हर किसी के लिए, वो इनकी फैमिली, मेरी फैमिली और हम दोनों के लिए वो टाइम 5-7 ਦਿਨ ਰਹੇ ਨਾ, ਬਹੁਤ ਠੀਕ ਮੁਸ਼ਕਿਲ। ਵਧੀਆ ਸੀਗਾ ਕਿ ਥੋੜੇ ਚਿਰ ਵਾਸਤੇ ਵੀ ਜਾਣਾ ਸੀ, ਬੜੇ ਖੁਸ਼ ਸੀਗੇ, ਭਾਵੇਂ ਮਾੜਾ ਜਿਹਾ ਘੁੰਮਣ ਕੇ ਕਿਤੇ, ਮਾੜਾ ਜਿਹਾ ਕੁਝ ਲੈਣ ਕੇ, ਸ਼ਾਪਿੰਗ ਕਰਨ ਕੇ, ਬੜਾ ਉਹ ਚੀਜ਼ ਨੂੰ ਯਾਦ ਕਰਕੇ ਮੈਨੂੰ ਗੁੱਸਾ ਸਭ ਤੋਂ ਜ਼ਿਆਦਾ ਇਹਨਾਂ ਤੇ ਆਵੇ ਕਿ ਇਹਨਾਂ ਕਹਿ ਦਿੱਤਾ ਕਿ ਯਾਰ ਉਹਨਾਂ ਨੂੰ ਦੱਸਣਾ ਨਹੀਂ ਹੈ। ਮੈਂ ਸੋਚੀ ਵੀ ਜਾਵਾਂ, ਪਰ ਫਿਰ ਤਰਸ ਵੀ ਆਵੇ ਕਿ ਸੁਭਾਅ ਹੀ ਇਦਾਂ ਦਾ, ਕੀ ਕਰੇ, ਕਿਸੇ ਨੂੰ ਨਾਰਾਜ਼ ਨਹੀਂ ਦੇਖ ਸਕਦੀ ਕੁੜੀ। ਤੇ ਫਿਰ ਪਰ ਸਿਸਟਮ ਇਦਾਂ ਦਾ ਸੀ ਕਿ ਸਵੇਰੇ ਉੱਠਾਂ ਤੇ ਚੇਤਾ ਆਵੇ, ਰਾਤੀ ਸੋਵਾਂ, ਫਿਰ ਉਹ ਦਿਮਾਗ 'ਚ ਘੁੰਮੀ ਜਾਵੇ ਕਿ ਕੀ ਕਰੀਏ ਕਿੱਦਾਂ। ਉਹੀ ਕਿ ਮਤਲਬ ਬਾਅਦ 'ਚ ਜਦੋਂ ਉਹਨਾਂ ਨੂੰ ਕੀਤਾ, ਬਾਅਦ 'ਚ ਜਿਹੜੀ ਲੈਟਰ ਆਪਾਂ ਦੇਣ ਗਏ ਸੀ ਉਹ ਬਾਅਦ 'ਚ ਦੇ ਕੇ ਆਇਆ, ਫਿਰ ਮੈਂ ਆਪ ਉਹ ਜਦੋਂ ਦਿੱਤੀ, ਫਿਰ ਉਹ ਉੱਥੋਂ ਲੈ ਕੇ ਆਏ, ਫਿਰ ਉਹ ਸਾਡੇ ਕੋਲ ਵੀ ਆਏ, ਮੇਰੀ ਦੁਕਾਨ ਤੇ ਵੀ ਆਏ, ਉਹਨਾਂ ਨੇ ਦੱਸਤਾ ਇਹਨੂੰ ਜਾ ਕੇ ਉੱਤੇ, ਯਾਰ ਉਹ ਬਹੁਤ ਹੀ ਨੀਵੀਂ ਕਾਸਟ ਦੇ ਆ, ਜਿਵੇਂ ਹੁਣ ਮੈਂ ਤੁਹਾਨੂੰ ਕੀ ਕਹਾਂ, ਜਿਵੇਂ ਚੰਗਾ ਭਲਾ ਮੇਰੀ ਦੁਕਾਨ ਹੈਗੀ ਸੀ, ਠੀਕ ਆ, ਇੰਨੀ ਵੱਡੀ ਨਹੀਂ ਸੀਗੀ, ਪਰ ਦੁਕਾਨ ਸੀਗੀ ਹਲ ਬਾਜ਼ਾਰ 'ਚ, ਆਪਾਂ ਵਧੀਆ ਕੰਮ ਸੀਗਾ ਸਾਡਾ ਫਰਨੀਚਰ ਦਾ, ਤੇ ਪਰ ਬਿਲਕੁਲ ਉਹਨਾਂ ਨੇ ਜਿਵੇਂ 10 ਗੁਣਾ ਵੱਧ ਦੱਸਣਾ। ਅੱਛਾ, ਤੁਹਾਡੇ ਕੋਲ ਇੱਥੇ ਆਉਂਦੇ ਵੀ ਆ? ਹਾਂ, ਮੇਰੀ ਦੁਕਾਨ ਤੇ ਪਾਪਾ ਨੂੰ ਮਿਲਣ ਆਉਂਦੇ, ਸਾਨੂੰ ਆਉਂਦੇ ਆ, ਪਰ ਜਿੰਨੀ ਚਿਰ ਨੂੰ ਆਪਾਂ ਕੋਈ ਗੱਲ ਕਰਨੀ, ਉਨੀ ਚਿਰ ਨੂੰ 2 ਮਿੰਟ ਬਸ ਉਹ ਕਾਰਡ ਲੈਣ ਆਏ ਸੀ ਕਿ ਆਪਾਂ ਉਹਨਾਂ ਨੇ ਨਾ ਕੇਸ ਕਰਨਾ ਵਾ,
ਕਾਰਡ ਲੈ ਕੇ ਮੇਰਾ ਐਡਰੈਸ ਪਤਾ ਕਰਨਾ ਹੈ, ਪਤਾ ਕਰਕੇ ਤੇ ਉਹ ਫਟਾਫਟ ਚਲੇ ਜਾਂਦੇ ਆ। ਅੱਛਾ, ਤੁਸੀਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਉਹ 1.5 ਸਾਲ ਤੱਕ ਤੁਸੀਂ ਕਿਵੇਂ ਰਹਿੰਦੇ ਹੋ, ਹਨਾ? ਇਹ ਗੱਲ ਬਹੁਤ ਵੱਡੀ ਹੁੰਦੀ ਆ ਕਿ ਤੁਹਾਡਾ ਵਿਆਹ ਵੀ ਹੋ ਗਿਆ, ਉਹ ਵਿਆਹ 'ਚ ਵਿਘਨ ਇਹ ਪੈਂਦਾ ਕਿ ਕੁੜੀ ਨੂੰ ਲੈ ਗਏ ਉਹ, ਕਿ ਉਹ ਰਾਜ਼ੀ ਹੈ ਨਹੀਂ, ਹਨਾ? ਹਾਂਜੀ। ਤਾਂ ਫਿਰ ਉਹ ਇਹ ਨਹੀਂ ਲੱਗਦਾ ਕਿ ਆਪਾਂ ਅੱਗੇ ਮੂਵ ਆਨ ਕਰ ਦਈਏ, ਜੀ 1.5 ਸਾਲ ਦੀ ਕੁੜੀ ਨੂੰ ਪਰਵਾਹ ਹੈ ਨਹੀਂ ਤਾਂ ਮੈਂ ਛੱਡ ਦਾਂ? ਮੈਨੂੰ ਨਹੀਂ ਹੁੰਦਾ ਜੀ, ਮੇਰੇ ਨਾਲ ਜਿਹੜੇ ਰਹਿਣ ਵਾਲੇ ਜਾਂ ਯਾਰ ਮਿੱਤਰੋਂ ਮੇਰੀ ਟੈਨਸ਼ਨ ਦੇ ਕੇ ਕਹਿੰਦੇ ਸੀ ਯਾਰ 36 ਕੁੜੀਆਂ ਆ ਜਾਂਦੀਆਂ ਵਾ ਤੇ ਬੜੀਆਂ ਸਿਆਣੀਆਂ ਸੋਹਣੀਆਂ, ਬੜਾ ਕੁਛ ਆ ਤੈਨੂੰ ਤੇ ਤੇਰੇ ਮਤਲਬ ਕੀ ਨਹੀਂ ਹੈਗਾ, ਤੇ ਐਡੀ ਕਿਹੜੀ ਗੱਲ ਆ। ਪਰ ਦਿਮਾਗ 'ਚ ਨਾ ਜਿਵੇਂ ਇੱਕੋ ਫਿੱਟ ਹੀ ਹੋਇਆ ਹੁੰਦਾ ਹੈ ਕਿ ਹੋਰ ਕੋਈ ਫੋਟੋ ਨਹੀਂ ਫਿੱਟ ਹੁੰਦੀ ਸੀ, ਤੇ ਉਹ ਇੱਕੋ ਸਵੇਰ ਤੋਂ ਉੱਠਦੇ ਸਾਰੀ ਯਾਰ ਇੱਕ ਸਮਾਨ ਪਿਆ ਸੀ ਮੇਰੇ ਕੋਲ, ਜਿਵੇਂ ਇਹਨਾਂ ਦੇ ਕੋਈ ਕੱਪੜੇ, ਕੋਈ ਕੰਘੀ ਜਾਂ ਕੋਈ ਵੀ ਚੀਜ਼, ਉਹਨੂੰ ਦੇਖਣਾ ਨਾ ਜਦੋਂ ਤੇ ਆਪਣੇ ਆਪ ਹੀ ਮੈਂ ਰੋਣੇ ਲੱਗਦੇ थे। कंघी भी संभाल के ਜੇ ਕੰਪਲੇਨ ਕਰਨ ਗਏ ਆ, ਮਿਲਣ ਗਏ ਆ ਕਿ ਨਾਰੀ ਜਿੰਨੇ ਜਿੱਥੇ ਗਿਆ, ਕਿਤੇ ਬਾਬੇ ਕੋ ਚਲ ਜਾ, ਉੱਥੇ ਉਹ ਯਾਦ ਇਹਨਾਂ ਦਾ ਹੀ ਆਉਂਦੀ ਸੀ, ਅਹਿਸਾਸ ਇਹਨਾਂ ਦਾ। ਉਹਨਾਂ ਨੇ ਕਹਿਣਾ ਹੈ ਤੂੰ ਮੁੰਡਾ ਹੈ ਕਿ ਕੁੜੀ ਆ। ਮੈਂ ਕਿਹਾ ਮੈਨੂੰ ਨਹੀਂ ਪਤਾ, ਐ ਨਹੀਂ ਹੈ ਕਿ ਹੌਸਲਾ ਨਹੀਂਗਾ, ਠੀਕ ਹੈ, ਪਰ ਮੇਰੇ ਕੋ ਕਾਬੂ ਨਹੀਂ ਹੁੰਦਾ। ਕੋਈ ਵੀ ਸਮਾਨ ਦੇਖ ਕੇ ਨਾ ਇਹਦਾ ਤੇ ਮੈਨੂੰ ਚੇਤਾ ਆ ਜਾਣਾ ਤੇ ਮੈਨੂੰ ਰੋਣਾ ਆਉਣ ਲੱਗਣਾ। ਤੇ ਜਦੋਂ ਇਹ ਫਿਰ ਲੈ ਗਏ ਉੱਥੇ ਤੇ ਮੇਰਾ ਕੰਟੈਕਟ ਬਿਲਕੁਲ ਟੁੱਟ ਗਿਆ। ਮੈਂ ਫੋਟੋਆਂ ਦੇਖੀ ਜਾਣੀਆਂ, ਪੁਰਾਣੀਆਂ ਵੀਡੀਓ ਬਣਾ ਉਹ ਜਿਹੜੀਆਂ ਸੀਗੀਆਂ ਉਹ ਦੇਖੀ ਜਾਣੀਆਂ, ਮੈਂ ਰੋਈ ਜਾਣਾ ਟੈਨਸ਼ਨ ਦੇ ਨਾਲ ਕਿ ਉਹਦੇ ਨਾਲ ਕੀ ਬੀਤਦਾ ਹੋਏਗਾ। ਵਿੱਚੋਂ ਗੁੱਸਾ ਵੀ ਆਣਾ ਕਿ ਕੀ ਪਤਾ ਯਾਰ, ਇੱਥੋਂ ਮੈਨੂੰ ਕਈਆਂ ਜਣਿਆਂ ਨੇ ਕਹਿਣਾ ਜਿਹੜੇ ਮੈਨੂੰ ਹੌਸਲਾ ਦੇਣ ਲਈ ਕਿ ਉਹ ਤੇ ਚੰਗੀ ਭਲੀ ਯਾਰ ਤੈਨੂੰ ਫੋਨ ਕਰਕੇ ਸਾਫ਼ ਨਾ ਕਰੀ ਜਾਂਦੀ, ਉਹਦੇ ਕਹਿੰਦੀ ਮੈਂ ਠੀਕ ਆ, ਮੇਰੀ ਗੱਲ ਹੋਈ ਆ। ਥੋੜੀ ਚਿਰ ਵਾਸਤੇ ਆਉਂਦਾ ਸੀ ਦਿਮਾਗ 'ਚ, ਫਿਰ ਆ ਜਾਂਦਾ ਸੀ ਨਹੀਂ ਇਹ ਸਾਰੇ ਜਾਣ ਕੇ ਕਰਦੇ ਜਾਂ ਇਹਨੂੰ ਛੱਡ ਦੇ ਜਾਂ ਇਦਾਂ, ਮਤਲਬ ਜਾਣ ਕੇ ਮੈਨੂੰ ਕਿ ਇੰਨੀ ਟੈਨਸ਼ਨ 'ਚ ਕੁਛ ਵੀ ਨਹੀਂ ਕਰਦਾ। ਪਰ ਦਿਨ ਰਾਤ ਜਦੋਂ ਇੱਕੋ ਚੀਜ਼ ਚੱਲੀ ਜਾਂਦੀ ਨਾ ਦਿਮਾਗ 'ਚ, ਫਿਰ ਉਹ ਵਾਪਸ ਚਾਹੀਦੀ ਹੈ। ਕਈ ਵਾਰੀ ਆਉਂਦਾ, ਜਿਵੇਂ ਆਉਂਦਾ ਨਾ ਕਿ ਠੀਕ ਹੈ ਯਾਰ ਮੈਂ ਵੀ ਛੱਡ ਦਵਾਂ, ਪਰ ਉਹ 2-4 ਮਿੰਟ ਵਾਸਤੇ ਹੁੰਦਾ ਹੈ। ਮੈਨੂੰ ਹੁੰਦਾ ਹੈ ਕਿ ਉਹ ਮਾਹੌਲ ਦੇ ਹਿਸਾਬ ਨਾਲ ਸਾਰੇ ਜਦੋਂ ਫੋਰਸ ਕਰ ਦਿੰਦੇ, ਪਰ ਦਿਮਾਗ 'ਚ ਸਵੇਰੇ ਉੱਠਦੇ ਸਾਰ ਮੇਰੇ ਇਹੀ ਚੀਜ਼ ਘੁੰਮਣੀ ਕਿ ਯਾਰ ਪੂਜਾ ਕਿੱਥੇ ਆ। ਤੇ ਉਹ ਦਿਮਾਗ ਦੇ ਵਿੱਚ ਉਹ ਜਦੋਂ ਬਾਰ-ਬਾਰ ਘੁੰਮਣੀ, ਉਹ ਬਾਕੀ ਖਿਆਲ ਹਾਵੀ ਨਹੀਂ ਹੁੰਦੇ ਸੀ, ਉਹੀ ਚੀਜ਼ ਬਾਰ-ਬਾਰ ਘੁੰਮਦੀ ਸੀ। ਫਿਰ ਪਲੱਸ ਜਦੋਂ ਡੇਢ ਸਾਲ ਦੇ ਕਰੀਬ ਜਦੋਂ ਹੋ ਗਿਆ ਨਾ, ਫਿਰ ਉਹ ਕਹਿੰਦਾ ਛੱਡ ਦੇ ਯਾਰ। ਫਿਰ ਮੈਂ ਉਹਨੂੰ ਸੱਦ ਲਿਆ ਕਿ ਆ ਜਾਓ ਯਾਰ, ਛੱਡ ਦੇਣਾ ਵਾ ਕਿ ਇੱਕ ਵਾਰੀ ਦੇਖ ਤੇ ਲਵਾਂ। ਐਸੇ ਤੇ ਕਰਕੇ ਕਿਤੇ ਵਿਆਹ ਹੀ ਤੇ ਨਹੀਂ ਕਰਤਾ, ਮੇਰੇ ਦਿਮਾਗ 'ਚ ਆਈ ਸੀਗਾ ਕਿਤੇ ਵਿਆਹ ਕਰਕੇ ਹੋਰ ਹੀ ਬੰਨੇ ਤੇ ਨਹੀਂ ਤੋੜਤਾ। ਫਿਰ ਜਦੋਂ ਉਸ ਤੋਂ ਬਾਅਦ ਨਾ ਫਿਰ ਉਹ ਜਦੋਂ ਆਏ ਇੱਕ ਵਾਰੀ, ਫਿਰ ਮੈਂ ਲਿਖਤ ਪੜ੍ਹਤਾ ਆਪਾਂ ਝੂਠੀ ਮੋਠੀ ਜੀ ਕਿ ਨਹੀਂ ਠੀਕ ਹੈ ਜੀ ਠੀਕ ਹੈ। ਫਿਰ ਬਾਅਦ 'ਚੋਂ ਇੱਦਾਂ ਦਾ ਹੋਇਆ ਸਿਸਟਮ ਕਿ ਮੈਂ ਮਤਲਬ ਆਪਾਂ ਹਸਪੀਟਲਾਈਜ਼ ਹੋ ਗਏ ਜ਼ਿਆਦਾ ਟੈਨਸ਼ਨ ਦੇ ਨਾਲ, ਕੁਝ ਖਾ ਵੀ ਲਿਆ। ਫਿਰ ਉਹਦੇ ਚੱਕਰ ਦੇ ਵਿੱਚ ਜਦੋਂ ਹੋਇਆ ਨਾ ਬਿਮਾਰ, ਫਿਰ ਮੇਰੇ ਨਾਲ ਫੋਨ ਤੇ ਕੰਟੈਕਟ ਹੋਇਆ ਨਾ, ਉਸ ਵੇਲੇ ਫਿਰ ਮੈਂ ਆਖਿਆ ਕਿ ਭਾਵੇਂ 20 ਸਾਲ ਲੱਗ ਜਾਣ, ਭਾਵੇਂ 30 ਸਾਲ ਲੱਗ ਜਾਣ, ਭਾਵੇਂ ਤੈਨੂੰ ਕਿਤੇ ਵਿਆਹ ਵੀ ਦੇਣ, ਮੈਂ ਡੀਕਦਾ ਰਹਿਣਾ ਤੇ ਮੈਂ ਕੋਸ਼ਿਸ਼ ਨਹੀਂ ਛੱਡਣੀ, ਨਾ ਮੈਂ ਤਲਾਕ ਦੇਣਾ, ਭਾਵੇਂ ਉਦਾਂ ਭਾਵੇਂ ਜੋ ਮਰਜ਼ੀ ਕਰ। ਸੁਣ ਕੇ ਤਾਂ ਮੈਂ ਹੋਰ ਵੀ ਡਰ ਗਈ ਕਿਉਂਕਿ ਮੈਂ ਕਿਹਾ ਮੈਂ ਪਿੱਛਾ ਨਹੀਂ ਛੱਡਣਾ ਤੇ ਨਾ ਮੈਂ ਮਤਲਬ ਹਟਣਾ ਪਿੱਛੇ। ਉਹ ਜਿਵੇਂ 20,000 ਦੇ ਵਿੱਚ ਨਹੀਂ 20 ਸਾਲ ਬਾਅਦ ਮਿਲਦੇ, ਉਹੀ ਸਿਸਟਮ ਮੈਂ ਦਿਮਾਗ 'ਚ ਬਿਠਾਤਾ ਆਪਣੇ ਵੀ ਇੱਧਰ ਵੀ ਕਿ ਇਹ ਖਹਿੜਾ ਨਹੀਂ ਛੁੱਟਣਾ ਹੁਣ, ਤੇ ਆਪਾਂ ਨੂੰ ਸੌਖੀ ਤੂੰ ਵੀ ਉਦਾਂ ਹੀ ਰਹੇਂਗੀ, ਮੈਂ ਵੀ ਉਦਾਂ ਰਹਿ, ਘਰ ਦੇ ਵੀ ਉਦਾਂ ਹੀ ਸੌਖੇ ਰਹਿਣਗੇ। ਜੇ ਮੰਨ ਲਓ ਵਿਆਹ ਤੋਂ ਬਾਅਦ ਆਪਾਂ ਛੱਡਵਾ ਵੀ ਹੋ ਜਾਂਦਾ। मुझे समझा रहे थे कि वो दुखी तब इसीलिए है क्योंकि तुम वहां बैठे हो। ਜੇ ਇੱਥੇ ਆ ਜਾਓਗੇ ਤੇ ਸਾਰੇ ਹੀ ਸੌਖੇ ਆ ਵੀ ਉਹ ਤਾਂ ਹੋ ਲਿਆ ਜੋ ਹੋਣਾ था। ਹਾਂ ਤੁਸੀਂ ਕਿ ਮੈਂ ਫਿਰ ਪੁੱਛਿਆ, ਮੈਂ ਕਿਹਾ ਐ ਨਹੀਂ ਮੈਂ ਫੋਰਸਫੁਲੀ ਨਹੀਂ ਕਰ ਰਿਹਾ ਕਿ ਤੁਹਾਡਾ ਜੀ ਨਹੀਂ ਕਰਦਾ ਆਉਣ ਨੂੰ, ਕਹਿੰਦੇ ਜੀ ਤੇ ਬਹੁਤ ਕਰਦਾ, ਯਾਦ ਨਹੀਂ ਆਉਂਦੀ। ਇਹ ਯਾਦ ਤੇ ਬਹੁਤ ਆਉਂਦੀ। ਰਾਤ ਨੂੰ 2 ਵਜੇ ਫੋਨ ਕੀਤਾ ਸੀ ਲੁੱਕ ਕੇ ਕਿਤੋਂ ਇਹਨਾਂ ਨੇ ਫੋਨ, ਮਤਲਬ ਆਪਣੀ ਮਾਮੀ ਦਾ ਲੈ ਕੇ, ਤੇ ਉਦੋਂ ਫਿਰ ਸਾਡੀ 2-3 ਘੰਟੇ ਜਿਹੜੀ ਗੱਲਬਾਤ ਹੋਈ ਉਹੀ ਹੋਈ। ਮੈਂ ਕਿਹਾ ਬਸ ਲਾਸਟ ਵਾਰੀ ਜੇ ਐਰਕੀ ਵੀ ਨਾ ਕਰਤੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਪਿੱਛੇ ਹਟ ਜਾਊਂਗਾ, ਮੈਂ ਮਤਲਬ ਨਾ ਭੁੱਲਣ ਦੇਣਾ ਵਾ ਤੇ ਨਾ ਮੈਂ ਭੁੱਲਣਾ ਵਾ। ਤੇ ਫਿਰ ਮਰਦੇ ਦਮ ਤੱਕ ਨਾ ਜਿੰਨਾ ਮਰਜ਼ੀ ਟਾਈਮ ਲੱਗ ਜੇ, ਭਾਵੇਂ ਸਾਰੀ ਉਮਰ ਲੱਗ ਜੇ, ਮੈਂ ਕਿਹਾ ਇਦਾਂ ਹੀ ਰਹੂੰਗਾ, ਭਾਵੇਂ ਵਿਆਹ ਵੀ ਦੇਣ ਲੈ ਕੇ ਤੇ ਮੇਰੇ ਘਰ ਜਾਊਂਗੀ। ਇਹ ਕਹਿੰਦੇ ਕहीं और भी शादी कर देंगे फिर भी मैं नहीं ले जाना, ਮੈਂ ਹੀ ਲੈ ਕੇ ਆਉਂਗਾ ਵਾਪਸ। ਐਡਾ ਜਿੱਦ ਕਿਉਂ ਪਤਾ ਨਹੀਂ, ਜਦੋਂ ਮੇਰਾ ਹੁੰਦਾ ਨਾ ਸਿਸਟਮ ਤੇ ਮੈਂ 2-4 ਵਾਰੀ ਫਿਰ ਮੈਂ ਜਿੱਦ ਉਹੋ ਜਿਹੀ ਹੋ ਜਾਂਦੀ, ਮੈਨੂੰ ਲੱਭਦਾ ਹੀ ਨਹੀਂ ਕੁਝ ਹੋਰ ਇਹਨਾਂ ਵਾਰੀ ਸੋਚਣਾ। ਹਾਂ ਜਦ ਫਿਰ ਦਿਮਾਗ ਘੁੰਮਦਾ ਰਹਿੰਦਾ ਸੀ ਕੀ ਕਰਾਂ ਕੁਛ ਨਾ ਕੁਛ ਕਰਕੇ ਕਿੱਦਾਂ ਲਵਾਂ। ਇੱਕ ਤੇ ਜਾਂ ਤਾਂ ਮੇਰੇ ਲਾਗੇ ਛਾਗੇ ਹੈਗਾ ਕੋਈ ਅੰਮ੍ਰਿਤਸਰ ਦੇ ਨਹੀਂ, ਚੱਲ 2-4 ਕਿਲੋਮੀਟਰ 10 ਕਿਲੋਮੀਟਰ ਇੱਥੋਂ, ਮੈਂ ਕਦੇ ਗਿਆ ਵੀ ਨਹੀਂ, ਅੱਜ ਤੱਕ ਨਹੀਂ ਕਦੀ ਗਿਆ। ਇੱਥੋਂ ਬੈਠੇ ਹੀ ਉਹਨਾਂ ਨੂੰ ਬਸੂੜੀ ਪਾਈ ਹੋਈ ਸੀ ਇਹਨੂੰ, ਉਹ ਜਿੰਨੀ ਚਿਰ ਤੱਕ ਛੱਡ ਕੇ ਨਹੀਂ ਨਾ ਗਏ ਉਹ ਵੀ ਵਿਚਾਰੇ ਗੁੱਸਾ ਚੜਦਾ था कि बार-बार कुछ ना कुछ करते रहते हैं। ਹਾਂ ਤੇ ਉਹ ਫਿਰ ਉਹੀ ਚੀਜ਼ ਕਰਕੇ। ਪਰ ਹੁਣ ਫਿਰ ਜਦੋਂ ਆਪਾਂ ਫਿਰ ਐਟ ਦੀ ਐਂਡ ਉੱਥੇ ਜਦੋਂ ਆਪਾਂ ਹਾਈ ਕੋਰਟ 'ਚ ਗਏ, ਉਹਨਾਂ ਨੇ ਇਹਨਾਂ ਨੂੰ ਨਾਰੀ ਨਿਕੇਤਨ ਭੇਜਿਆ, ਦਿਮਾਗ ਥੋੜਾ ਫਰੈਸ਼ ਹੋਇਆ, ਸੋਚਣ ਦਾ ਟਾਈਮ ਮਿਲਿਆ, ਫਿਰ ਇਹਨਾਂ ਨੇ ਫੈਸਲਾ ਲਿੱਤਾ ਕਿ ਠੀਕ ਆ ਜੇ ਮੁੰਡਾ ਇੰਨਾ ਕਰਦਾ ਤੇ ਫਿਰ ਮੈਂ ਵੀ ਕਿਉਂ ਨਾ। वहाँ पे मुझे समझाया गया काउंसलिंग की शादी तो अब हो ही गई है कि कोई भी लड़का ऐसा तो है नहीं आप उसके खिलाफ इतने सालों से बयान दे जा रहे हो,
और वो आपको ले जाने के लिए फिर भी तैयार हो, ऐसे लड़के तो ਅੱਛਾ होते ਮੈਂ नहीं ਤੁਹਾਨੂੰ आजकल। ਸਟੋਰੀ ਦੇ ਵਿੱਚ ਦੱਸਿਆ ਸੀ ਕਿ ਮੈਂ ਬਾਬਾ ਜੀ ਕੋ ਜਦੋਂ ਗਿਆ, ਜਦੋਂ ਮੈਂ ਬਿਮਾਰ ਸੀ, ਜਦੋਂ ਬਾਬਾ ਜੀ ਨੇ ਕਹਿ ਦਿੱਤਾ ਸੀ ਕਿ ਇਹ ਨਾ ਇਹਨੇ ਛੱਡ ਕੇ ਛੱਡ ਕੇ ਚਲੇ ਜਾਓ, ਹਾਂ। ਉਹ ਸਾਨੂੰ ਸੁਨੇਹਾ ਭੇਜਿਆ ਸੀ ਵਾਪਸ ਸਪੈਸ਼ਲ ਕਿ ਵਿਆਹ ਨਾ ਕਰਾਈ। ਫਿਰ ਮੈਂ ਪਤਾ ਨਹੀਂ ਕਿੱਥੇ ਕਿੱਥੇ ਗਿਆ, ਉੱਥੇ ਵੀ ਗਿਆ ਤੇ ਮਤਲਬ ਇਹ ਹਾਲਤ ਦੇਖ ਕੇ ਨਾ ਮੇਰੀ ਐ ਰੋਣੇ ਰੋਂਦਾ ਲੱਗੇ ਪਿਆ ਸੀ, ਜਾ ਮੈਂ ਕੇ ਇਦਾਂ ਮੈਂ ਰੋਂਦਾ ਪਿਆ ਚਲੀ ਸੀ, ਕੁਝ ਵੀ ਨਹੀਂ ਬੋਲਿਆ ਮੈਂ। ਕੁਝ ਯਕੀਨ ਮੰਨਿਓ ਤੁਸੀਂ, ਤੁਹਾਨੂੰ ਮੈਂ ਦੱਸ ਵੀ ਦਿੰਦਾ ਕਿ ਰੋਈ ਗਿਆ, ਬੋਲਿਆ ਨਹੀਂ ਕੁਛ। ਤੇ ਲਾਗੇ ਬੈਠਾ ਕਾਫੀ ਚਿਰ, ਕਾਫੀ ਸੰਗਤ ਭੁਗਤਾ ਰਹੇ ਸੀ, ਉਹ ਕਹਿੰਦੇ ਸੀ ਬਸ ਕਰ ਹੁਣ ਰੋ ਨਾ, ਤੇਰੀ ਸੀਤਾ ਮੁੜ ਕੇ ਆਊਗੀ ਵਾਪਸ। ਬਸ ਉਦੋਂ ਇਹਦੀ ਐ એનર્ਜੀ ਭਰੀ ਗਈ ਕਿ ਜਦ ਬਸ ਹੁਣ ਤੇ ਮਤਲਬ ਜਿਵੇਂ ਮਤਲਬ 90% ਪੂਰਾ ਆ ਗਿਆ ਕਿ ਹੁਣ ਜੇ ਉਹਨਾਂ ਨੇ ਕਹਿਤਾ ਨਾ ਫਿਰ ਆਓ। ਅੱਛਾ ਤੇ ਫਿਰ ਬਾਈ ਚਾਂਸ ਇਦਾਂ ਦੇ ਸਾਰੇ ਸਿਸਟਮ ਜਦੋਂ ਗੱਲਬਾਤ ਵੀ ਹੋ ਗਈ, ਸਾਰਾ ਕੁਝ ਹੋ ਗਿਆ, ਤੇ ਫਿਰ ਉਸ ਤੋਂ ਬਾਅਦ ਐਂਡ ਤੇ ਜਦੋਂ ਆਪਾਂ ਕੋਰਟ ਪਹੁੰਚੇ ਨਾ, ਘਰ ਦੇ ਥੋੜੇ ਰੈਜ਼ਿਸਟੈਂਸ ਸੀਗੀ ਉਹਨਾਂ ਦੀ, ਪਰ ਥੋੜਾ ਬਹੁਤਾ ਫਿਰ ਸਿਆਣਿਆਂ ਨੇ ਵੀ ਸਮਝਾਇਆ ਕਿ ਜਦੋਂ ਹੋ ਹੀ ਗਿਆ ਯਾਰ, ਜੋ ਕੁੜੀ ਵੀ ਉੱਥੇ ਜਾਣਾ ਚਾਹੁੰਦੀ, ਜਾਂਦੇ ਨਾ ਮੁੰਡਾ ਇਹੋ ਜਿਹਾ ਨਹੀਂ ਹੈ ਕਿ ਉਹਨੂੰ ਤੰਗ ਕਰੂਗਾ, ਸਾਰਾ ਕੁਝ ਠੀਕ ਹੈ, ਤੇ ਤੁਸੀਂ ਜਾਣ ਕੇ ਕਿਉਂ ਐਵੇਂ ਕਰਦੇ? ਮਾੜਾ ਮੋਟਾ ਚਲੋ उनको भी ਹੋਇਆ। ऐसा करते मेरे लिए रहे हैं, फिर वो कहते कि ਜੇ ਕੁੜੀ ਸੌਖੀ ਹੈ ਹਨਾ ਤਾਂ ਕੀ ਬਾਕੀ ਕਰਾਂ। ਫਿਰ ਕੋਰਟ ਦੀ ਹੈਲਪ ਦੇ ਨਾਲ ਵੀ ਬਾਈ ਚਾਂਸ ਹੀ ਉਸੇ ਹੀ ਜੱਜ ਕੋ ਸਾਡਾ ਕੇਸ ਗਿਆ ਜਿਹਨੇ ਵਿਆਹ ਕਰਾਇਆ ਸੀ। ਉਹ ਇਹਨਾਂ ਨੂੰ ਪੁੱਛਿਆ ਵੀ ਕਿ ਤੂੰ ਜਾਣਾ ਚਾਹਨੀ? ਕਹਿੰਦੀ ਜਾਣਾ ਤੇ ਚਾਹਨੀ, ਪਰ ਮੇਰੇ ਘਰ ਦੀ ਸਿਚੁਏਸ਼ਨ ਹੈ। ਕਹਿੰਦੇ ਕੋਈ ਗੱਲ ਨਹੀਂ, ਸਭ ਕੁਝ ਠੀਕ ਹੋ ਜਾਂਦਾ ਹੁੰਦਾ। ਫਿਰ ਹਾਂ ਕੀਤੀ, ਆਪਾਂ ਪੂਰੀ ਪ੍ਰੋਟੈਕਸ਼ਨ ਦੇ ਨਾਲ ਛੱਡ ਕੇ ਗਏ, ਜਿਵੇਂ ਮਤਲਬ ਐਡਾ ਪੂਰੀ ਬੱਸ ਨਹੀਂ ਹੁੰਦੀ ਕੱਲ ਨੂੰ ਛੱਡਣ मुझे ਵਾਸਤੇ। तो मतलब कि सारा कुछ इतना भयानक था ना कि रिपीट करने को दिल नहीं करता। ਉਹ ਫਿਰ ਸਾਰਾ ਜਦੋਂ ਕੁਛ ਸੋਚਦੇ ਆ ਫਿਰ ਟੈਨਸ਼ਨ ਹੋ ਐਸਾ- ਲੱਗਦੀ ਗਲਾ ਜਦੋਂ ਸੁੱਕ ਉਹ ਸਿਆਣੇ ਬੰਦੇ ਸਮਝਾਉਂਦੇ ਆ ਤਾਂ ਫਿਰ ਉਦੋਂ ਬਾਅਦ ਇਹ ਤੁਹਾਨੂੰ ਮਿਲ ਜਾਂਦੇ ਆ। ਮਿਲ ਜਾਂਦੇ ਐਟ ਦੀ ਐਂਡ। ਫਿਰ ਫਿਰ ਉਹ- ਹਲੇ ਵੀ ਉਹ- ਘਰਦਿਆਂ ਦਾ ਥੋੜਾ ਗੁੱਸਾ ਤੇ ਹੈ, ਪਰ ਉਹਨਾਂ ਨੂੰ ਇੰਨਾ ਹੈ ਕਿ ਯਾਰ ਬਹੁਤ ਖੁਸ਼ ਹੈ ਯਾਰ, ਬਹੁਤ ਆ। ਵੀ ਅੱਜ- ਫਿਰ ਆਪਾਂ ਜਦੋਂ ਵਿਆਹ ਕੇ ਆ ਜਾਂਦੀ ਇੱਥੇ, ਫਿਰ ਆਪਣਾ ਮਿਹਨਤ ਕਰਦੇ ਆ ਇਕੱਠੇ, ਜਿਹੜਾ ਕੁਝ ਵੀ ਨਹੀਂ ਹੁੰਦਾ ਹੁਣ ਬਥੇਰਾ ਕੁਝ ਬਣ ਜਾਂਦਾ। ਫਿਰ ਸਾਡਾ ਬੇਟੀ ਦਾ ਜਨਮ ਹੁੰਦਾ, ਹੋਰ ਬੜਾ ਕੁਝ ਬਣ ਜਾਂਦਾ, ਫਿਰ ਕਿਰਪਾ ਹੋ ਜਾਂਦੀ ਸਾਰੇ ਬੰਨੇ। ਅੱਜ ਤੁਹਾਡੇ ਕੋਲੇ ਬਹੁਤ ਕੁਛ ਆ ਹਨਾ। ਬਥੇਰਾ ਕੁਛ ਹੈ ਜੀ। ਉਸ ਵੇਲੇ ਕਹਿੰਦੇ ਸਾਨੂੰ ਇਹ ਸ਼ਰਤ ਰੱਖੀ ਸੀ ਕਿ 25 ਲੱਖ ਰੁਪਇਆ ਆਪਣਾ ਨਾ ਜਮਾ ਕਰਾ ਦੇ ਖਾਤੇ 'ਚ, ਤੇ ਮੈਂ ਲੈ ਪਾਪਾ ਜਾ। ਕੇ ਉਸ ਵੇਲੇ ਦੋਸਤ- ਨਹੀਂ ਸੀਗੀ ਇੰਨੀ, ਪਰ ਅੱਜ ਕਿਰਪਾ ਹੈ ਕਈ 25 ਲੱਖ ਹੈਗੇ ਆ। ਅੱਛਾ। ਪਰ ਕਹਿਣ ਦਾ ਮਤਲਬ ਹੈ ਕਿ ਅੱਜ ਉਸ ਤੋਂ ਬਾਅਦ ਆਪਾਂ ਇਹ ਵੀ ਜਗ੍ਹਾ ਬਣਾ ਲਈ, ਇੱਥੇ ਸ਼ੋਰੂਮ ਬਣਾ ਲਿਆ, ਆਪਣਾ ਕੰਮ ਕਰ ਲਿਆ, ਹੋਰ ਵੀ ਕਈ ਜਗ੍ਹਾ ਆਪਣਾ ਜਿਹੜੀ ਥਾਂ ਨਹੀਂ ਸੀ ਥਾਵਾਂ ਵੀ ਲੈ ਲਈਆਂ, ਬਥੇਰਾ ਕੁਝ ਬਣ ਗਿਆ। ਇਹਨਾਂ ਦੇ ਸਾਥ ਨਾਲ। ਹਾਂਜੀ, ਇਹਨਾਂ ਦੇ ਸਾਥ ਦੇ ਨਾਲ, ਮੇਰੇ ਘਰਦਿਆਂ ਦੇ ਸਾਥ ਦੇ ਨਾਲ। ਛੋਟਾ ਬ੍ਰਦਰ ਉਹ ਵੀ ਬਹੁਤ ਸਪੋਰਟਿਵ ਆ। ਛੋਟਾ ਬ੍ਰਦਰ ਨੇ ਨਾ, ਕਿਉਂਕਿ ਜਿੰਨੀ ਚਿਰ ਤੱਕ ਘਰਦਿਆਂ ਦਾ ਸਪੋਰਟ ਨਾ ਹੋਵੇ ਨਾ, ਉਨੀ ਚਿਰ ਤੱਕ ਨਹੀਂ ਬਣਦੀ। ਪਾਪਾ ਬਹੁਤ ਜ਼ਿਆਦਾ ਸਪੋਰਟਿਵ ਆ। ਅੱਛਾ ਤੇ ਉਹਨਾਂ ਨੇ ਇਹ ਨਹੀਂ, ਇਹ ਇੱਕ ਹੋਰ ਚੀਜ਼ ਨਹੀਂ ਤੇ ਜਿੰਨਾ ਕੁਛ ਚਲੋ ਉਹਦੀ ਮਜਬੂਰੀ ਮੈਂ ਤੇ ਸਮਝਦਾ ਸੀ, ਕਿਉਂਕਿ ਚਲੋ ਮੇਰੇ ਨਾਲ ਵਿਆਹ ਹੋਇਆ, ਪਰ ਜ਼ਿਆਦਾਤਰ ਘਰਦੇ ਨਹੀਂ ਸਮਝਦੇ। ਪਰ ਘਰਦੇ ਵੀ ਮੇਰਾ ਉਨਾ ਹੀ ਸਮਝਦੇ, ਕਦੀ ਨੂੰ ਇਹ ਨਹੀਂ ਕਿਹਾ ਯਾਰ ਕਿ ਤੂੰ ਉਹ ਸਾਨੂੰ ਇੰਨਾ ਪਰੇਸ਼ਾਨ ਕੀਤਾ। ਪਰੇਸ਼ਾਨ ਉਹਨੂੰ ਉਹ ਜਿੰਨਾ ਮੈਂ ਸਮਝਦਾ ਉਨਾ ਮੇਰੇ ਘਰਦੇ ਵੀ ਸਮਝਦੇ ਆ। ਅੱਛਾ, ਜਦੋਂ ਤੁਸੀਂ ਵਿਆਹ ਕੇ ਆਉਂਦੇ ਇਹ 1.5 ਸਾਲ ਬਾਅਦ, ਉਹ ਮੌਕਾ ਕੀ ਹੁੰਦਾ, ਕਿੰਨਾ ਕੁ ਖੁਸ਼ ਹੁੰਦਾ ਉਦੋਂ ਦਿਨ? ਖੁਸ਼ ਨਹੀਂ ਉਦੋਂ ਦੇ, ਖੁਸ਼ ਤੇ ਬਹੁਤ ਹੁੰਦੇ ਆ, ਲੇਕਿਨ ਕਿੰਨੀ ਚਿਰ ਤੇ ਸਾਨੂੰ ਰਾਤ ਨੂੰ ਨਾ ਜਿਵੇਂ ਸੁੱਤੇ ਪਏ ਆ, ਇੱਕਦਮ ਉੱਠਣਾ, ਇੱਕਦਮ ਜਾਗ ਕੇ ਕਿ ਯਾਰ ਇਹਨੂੰ ਲੱਗਣਾ ਕਿ ਉੱਥੇ, ਤੇ ਮੈਨੂੰ ਲੱਗਣਾ ਮੈਂ ਸ਼ਾਇਦ ਹੱਲੇ ਆਈ ਨਹੀਂ ਆ। ਆਪਾਂ ਉੱਠ ਕੇ ਤੇ ਫਿਰ ਗਲੇ ਲੱਗ ਕੇ ਰੋਣ ਲੱਗ ਪੈਣਾ ਕਿ ਹੱਲੇ। ਫਿਰ ਕਿਹਾ ਕੀ ਹੋਇਆ, ਕੀ ਹੋਇਆ? ਮੈਂ ਕਿਹਾ ਤੈਨੂੰ ਇਕੱਠਾ ਹੀ ਸੁਪਨਾ ਆਣਾ ਸੀ ਸਾਨੂੰ। कई दिन तो उधर का एक वैसे ख्याल रहता है कि भी वो- उठी पे हूं। नहीं ये तो ख्याल रहता है, उधर का भी रहता है ना, जैसे वो फिर से वो सिचुएशन वहाँ क्या चल रहा है, मेरे दिमाग में तो वही चल रहा था। ਤੇ ਵਿਆਹ ਤੋਂ ਬਾਅਦ ਕਿਵੇਂ ਦਾ ਸਫ਼ਰ ਰਹਿੰਦਾ ਹੈਗਾ ਵੀ 1.5 ਸਾਲ ਉਡੀਕ ਕਰਕੇ ਸਬਰ ਕਰਕੇ ਹਨਾ ਇਹ ਹਾਸਲ ਹੁੰਦੇ ਆ, ਤੇ ਉਦੋਂ ਬਾਅਦ ਕਿਵੇਂ ਲੰਘਦੀ ਹੈ ਜ਼ਿੰਦਗੀ ਵਿਆਹ ਤੋਂ ਬਾਅਦ ਦੀ? ਉਦੋਂ ਬਾਅਦ ਇਹ ਹੈਗਾ ਹੈ ਕਿ ਮੇਰਾ ਤੇ ਬਹੁਤ ਜ਼ਿਆਦਾ ਨਹੀਂ ਹੈਗਾ ਕਿ ਮੈਂ ਕੁਛ ਮਤਲਬ ਘੁੰਮਾ ਫਿਰਾਂ ਜਾਂ ਘੁਮਾਵਾਂ ਫਿਰਾਂ, ਪਰ ਇਹ ਹੈਗਾ ਹੈ ਕਿ ਸਾਰਾ ਦਿਨ ਨਾਲ ਰਹਿ ਕੇ ਇੰਨੀ ਖੁਸ਼ੀ ਹੁੰਦੀ ਆ। ਜਿਹੜਾ ਵੀ ਮੈਂ ਕੰਮ ਕਰਨਾ, ਇਹਨਾਂ ਨੇ ਮੇਰੇ ਨਾਲ ਹੋ ਜਾਣਾ, ਜਾਂ ਇਹਨਾਂ ਦਾ ਕੋਈ ਘਰ ਦੇ ਵਿੱਚ ਕੰਮ ਹੋਣਾ, ਆਪਾਂ ਨਾਲ इकट्ठे करना, ਇੰਨੇ 'ਚ ਹੀ ਬਹੁਤ ਖੁਸ਼ੀ। आज भी जब जैसे दिन में इनका फोन आ जाए तो मुझे इतनी खुशी होती है जब कवारे होते फोन आता है कि फोन आ गया। मतलब कि वैसा ही कभी, मतलब कि ऐसा हुआ ही नहीं जैसे आजकल जो कपल्स हैं। वही जैसे मैं आपको बता रही थी कि शादी तो हो ही जाती है हर किसी की, पर अगर शादी में अगर दोनों लोग मतलब कि हस्बैंड वाइफ अच्छे हैं, तो अगर खुद का कुछ संवारने या खुद को संभालने के लिए शादी करानी है तो फिर नहीं कराओ, क्योंकि खुद को तो हम खुद भी संभाल लेंगे। अगर हम दूसरों का कुछ संवारने के लिए, दूसरों को संभालने के लिए हमें शादी करानी है, फिर हमें करानी चाहिए। ਅੱਛਾ ਤੇ ਬਈ ਕੀ ਲੱਗਦਾ ਕਿ ਬਚਪਨ 'ਚ ਤੁਹਾਡੇ ਤੋਂ ਬਹੁਤ ਸਾਰੀਆਂ ਦੋਨਾਂ ਤੋਂ ਗਲਤੀਆਂ ਹੋਈਆਂ, ਗਲਤੀਆਂ ਦੋਨਾਂ ਦੀਆਂ ਸੀ, ਜਿਹਦੇ ਨਾਲ ਤੁਹਾਡਾ ਉਧਰਲਾ ਪਰਿਵਾਰ ਵੀ ਸਫਰ ਕੀਤਾ, ਜਿਹਨੇ ਹਾਂਜੀ। ਇਧਰਲੇ ਪਰਿਵਾਰ ਨੇ ਵੀ ਸਫਰ ਕੀਤਾ ਹਨਾ। ਕਿਹੜੀਆਂ ਗਲਤੀਆਂ ਨੇ ਜਿਹੜੀਆਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ, ਜਿਹੜੀ ਤੁਸੀਂ ਰਾਏ ਦੇਣੀ ਚਾਹੁੰਦੇ ਹੋ ਦੂਸਰੇ ਜੋੜਿਆਂ ਨੂੰ ਕਿ ਜਿਹੜੇ ਉਹ ਸਮਝ ਸਕਣ ਤੁਹਾਡੀ ਕਹਾਣੀ ਤੋਂ ਹਨਾ?
ਜੋੜਿਆਂ ਨੂੰ ਵੀ ਤੇ ਪਲੱਸ ਮਾਪਿਓ ਨੂੰ ਵੀ ਰਾਏ ਕਦੀ ਹੈ, ਇੱਕ ਸੁਝਾਅ ਵੀ ਹੈ ਕਿ ਅਗਰ ਕੱਲ ਨੂੰ ਮਤਲਬ ਕਿ ਕਿਸੇ ਦਾ ਤੁਹਾਡੇ ਕਿਸੇ ਮਤਲਬ ਬੱਚੇ ਦੇ ਨਾਲ ਜਾਂ ਤੁਹਾਡੇ ਮਾਪਿਓ ਦੇ ਨਾਲ ਇਹੋ ਜਿਹਾ ਹੁੰਦਾ ਹੈ, ਤੇ ਕੋਸ਼ਿਸ਼ ਕਰ ਲਓ ਕਿ ਵਿਆਹ ਤੋਂ ਜਾਂ ਇਹੋ ਜਿਹੀ ਕੋਈ ਸਟੈਪ ਚੁੱਕਣ ਤੋਂ ਪਹਿਲਾਂ ਹੀ ਅਗਰ ਆਪਸ 'ਚ ਬਾਉਂਡਿੰਗ ਹੋ ਜਾਵੇ ਨਾ ਤੇ ਜ਼ਿਆਦਾ ਵਧੀਆ ਹੈ। ਟਾਈਮ ਲਗਾ ਲਓ। ਹੁਣ ਮੈਂ ਤੁਹਾਨੂੰ ਘਰ ਦੀ एग्जांपल दे देना। मैं मैसेज तो इन्होंने दे ही दिया जो पेरेंट्स और उनके लिए। मेरा फोकस मतलब कि सारा फैमिली की तरफ, इनके परिवार की तरफ, क्योंकि जब हमें पति से प्यार होता है ना तो उनसे जुड़ी हर एक चीज़ से उनसे भी ज़्यादा प्यार होता है। जैसे कि अब इनकी फैमिली है तो इनके जितना ही मैं उन सभी को, जैसे इनके भाई हैं बहनें हैं, तो मुझे लगता है कि मेरी तरफ से कोई कमी ना रह जाए, क्योंकि वो सब कुछ इनसे जुड़ा हुआ है। उनसे भी मुझे उतना ही प्यार है जितना इनसे, इनके परिवार से। और हर एक लड़की को जो शादीशुदा उनको भी अपनी फैमिली से, ससुराल वालों से, जैसे अपने परिवार से तो लड़कियां करती हैं, उनसे उतना ही प्यार बना के रखना चाहिए जितना अपने पति से बना के रखती हैं। क्या बात है। ਤੇ ਭੈਣੇ ਤੁਸੀਂ ਬਹੁਤ ਸਮਾਂ ਦਿੱਤਾ, ਬਹੁਤ ਅਨੋਖੀ ਕਹਾਣੀ ਤੁਸੀਂ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ ਨਾ। आपका भी बहुत बहुत थैंक यू। ਬਹੁਤ ਸ਼ੁਕਰੀਆ ਬਾਈ, ਤੁਸੀਂ ਬਹੁਤ ਚੰਗੇ ਮੋਟੀਵੇਟ। ਚਲੋ ਗਲਤੀਆਂ ਤੋਂ ਬੰਦਾ ਸਿੱਖਦਾ ਹੈ ਨਾ। ਹਾਂਜੀ। ਗਲਤੀਆਂ ਤੋਂ ਸਿੱਖ ਕੇ ਉਹ ਆਪਣੇ ਆਪ ਨੂੰ ਸੰਭਾਲੇ ਜਾਂ ਦੂਜਿਆਂ ਨੂੰ ਇਹ ਕਹੇ ਕਿ ਜੋ ਗਲਤੀ ਮੈਂ ਕਰ ਲਈ ਉਹ ਤੁਸੀਂ ਨਾ ਕਰਿਓ, ਹੈ ਨਾ। ਤੇ ਬਹੁਤ ਇੱਕ ਚੰਗੀ ਸੋਚ ਆ। ਚਲੋ ਗਲਤੀਆਂ ਖਾ ਕੇ, ਠੇਡੇ ਖਾ ਕੇ ਤੁਸੀਂ ਸਮਝੇ ਉਹ ਚੀਜ਼ਾਂ, ਹੈ ਨਾ, ਤਾਂ ਦੂਜਿਆਂ ਦੇ ਲਈ ਤੁਸੀਂ ਮਤਲਬ ਆਪਸ ਇੱਕ ਦੂਜੇ ਤੇ ਬਾਉਂਡ ਹੋਵੇ ਨਾ ਵਧੀਆ, ਤੇ ਫਿਰ ਬਹੁਤ ਕੁਝ ਹੋ ਸਕਦਾ। ਉਸ ਵੇਲੇ ਇੰਨੀ ਟੈਨਸ਼ਨ ਸੀ ਕਿ ਕੰਮ ਵੱਲ ਧਿਆਨ ਨਹੀਂ। ਜਦੋਂ ਆਪਾਂ ਇਕੱਠੇ ਹੋ ਗਏ ਅੱਜ ਮਤਲਬ ਮਹਾਰਾਜ ਦੀ ਕਿਰਪਾ ਹੈ, ਸਾਡਾ ਫਰਨੀਚਰ ਦਾ ਕੰਮ ਬਹੁਤ ਵਧੀਆ ਵਾ, ਨਾਲ ਸਪੋਰਟ ਵੀ ਪੂਰੀ ਆ। घर ਦੇ ਵਿੱਚ ਹੁੰਦੇ ਸਾਰ ਵੀ ਇਹਨੇ बहुत सपोर्ट करनी है। ये भी जैसे मैं लिखती हूँ, लिखने का शौक है। अगर मैं इंस्टाग्राम पे जैसे रील बनाऊँ, जो भी अगर मैं थॉट्स लिख के बोलती हूँ तो कभी भी मना नहीं किया। मैंने पहले पूछा कि मैं ऐसे कर लूँ, हाँ करो। तो किसी भी चीज़ के लिए मना नहीं किया। अगर किसी की हेल्प करनी है तो भी कभी मना नहीं किया। खुद भी बहुत ज़्यादा सेवा करते हो। रिश्ता आया तो उन्हें आख्या कि सेवा नहीं करने देना मैं। हाँ। और हाँ, मतलब कि ये नहीं है कि वो बस बात कहने की थी। वो हम कंटिन्यू दोनों मिलके कर रहे हैं। अब ये जानवरों की करते हैं ज़्यादा सेवा, मैं मतलब कि वैसे। पर ये अब इनकी ख्वाहिश है कि बहुत बड़ी एक गौशाला बनाए जिसमें हर तरह के जानवर रखे हैं, बहुत सारी गायें हों, 5-6 किलो में बड़ी सेवा करते हैं। क्या बात। बहुत ज़्यादा रब दबे तो फिर करांगे वो भी। जब रिश्ते आजकल जो टूट रहे हैं उसमें एक चीज़ और भी है। जब हम शादी के थोड़े साल बाद, 2 साल बाद, लेडीज़ में होता है कि जैसे मिडिल क्लास फैमिली या कैसे भी ज़रूरतें नहीं पूरी होती, तो अगर कोई अमीर बंदा है तो उसको देख के लेडीज़ सोचती काश मेरी शादी इससे हुई होती, मैं तो बड़ी ऐश करती। जेंट्स भी सोचते हैं कि बड़ी सोनी है, अगर इससे हुई होती मेरी वोटी तो कम सोनी है। पर जो हमें मिला है अगर उसमें ही हम शुक्र करें ना भगवान का, तो वो हमें परमात्मा सब्र करना भी सिखा देता है। और जब सब्र आ जाता है तो इंसान को सब कुछ मिल जाता है जीवन में। क्या बात है भाई, बहुत शुक्रिया, बहुत मेहरबानी। सो इंटरव्यू चंगी लगी कमेंट करके जरूर दस दिओ। खास करके ਜਿਹੜੇ ਬੰਦੇ ਇੰਟਰਵਿਊ ਦੇਖ ਰਹੇ ਆ ਚੰਗੇ ਕਮੈਂਟ ਹੀ ਕਰਿਓ। ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਇੰਟਰਵਿਊ ਚੰਗੀ ਨਹੀਂ, ਉਹ ਇੰਟਰਵਿਊ ਤੋਂ ਦੂਰ ਹੀ ਰਹਿਣ ਤਾਂ ਚੰਗਾ। ਜੇ ਤੁਹਾਨੂੰ ਇਹ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਹੌਸਲਾ ਅਫਜ਼ਾਈ ਲਈ ਜ਼ਰੂਰ ਬਾਈ ਹੋਰਾਂ ਦੀ ਹੌਸਲਾ ਅਫਜ਼ਾਈ ਕਰਿਓ। ਸਾਡਾ ਮਕਸਦ ਇਹੀ ਸੀ ਕਿ ਜਿਹੜੀਆਂ ਗਲਤੀਆਂ ਵੀਰੇ ਹੋਰਾਂ ਤੋਂ ਹੋਈਆਂ ਉਹ ਕੋਈ ਹੋਰ ਨਾ ਕਰੇ, ਕਿ ਕਿਵੇਂ ਪਰਿਵਾਰਾਂ ਦੋਨਾਂ ਨੂੰ ਤੜਫਾਇਆ ਗਿਆ। ਬਾਈ ਹੋਰੀ ਅੱਜ ਵੀ ਇਹ ਚੀਜ਼ ਨੂੰ ਕਹਿੰਦੇ ਆ ਕਿ ਸਾਨੂੰ ਅੱਜ ਵੀ ਉਹ ਚੀਜ਼ ਦਾ ਪਛਤਾਵਾ। ਤੇ ਸਾਡੀ ਕਹਿੰਦੇ ਇਹੀ ਸਲਾਹ ਹੈ ਕਿ ਆਪਣੇ ਪਰਿਵਾਰਾਂ ਨੂੰ ਰਾਜੀ ਕਰੋ। ਗਲਤ ਸਟੈਪ ਲੈਣ ਤੋਂ ਪਹਿਲਾਂ 100 ਵਾਰ ਸੋਚੋ। ਜੇ ਤੁਹਾਡੀ ਵੀ ਕੋਈ ਜ਼ਿੰਦਗੀ ਦੀ ਐਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਇੰਸਟਾਗ੍ਰਾਮ ਦਾ ਨੀਚੇ ਅਸੀਂ ਲਿੰਕ ਮੈਂਸ਼ਨ ਕਰਾਂਗੇ, ਉਹਦੇ ਉੱਤੇ ਮੈਸੇਜ ਕਰਕੇ ਸਾਨੂੰ ਜ਼ਰੂਰ ਦੱਸਿਓ। ਇੰਟਰਵਿਊ ਚੰਗੀ ਲੱਗੀ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ।